वाहिगुरु जी का खालसा वाहिगुरु जी की फतेह. So welcome to all participants from Educate Punjab project. Now we will start the camp with जाप सेवा. So ਜਾਪ ਸੇਵਾ ਦੇ ਲਈ ਕਿਰਤਪ੍ਰੀਤ ਕੌਰ ਜੀ EPP ਨੰਬਰ 16110 from ਸ਼ੇਰਪੁਰ ਤੋਂ ਜੀ ਜੁੜ ਚੁੱਕੇ ਹੋ ਤਾਂ ਹੈਂਡ ਰੇਸ ਕਰੋ. ਹਾਂਜੀ ਸ਼ੁਰੂ ਕਰੋ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਇੱਕ ਜੀ ਕਾ ਖਾਲਸਾ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ. ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ. ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ. ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ. ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ. ਵਾਹਿਗੁਰੂ 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 ਵਾਹਿਗੁਰੂ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਬਹੁਤ ਬਹੁਤ ਧੰਨਵਾਦ ਆਪ ਜੀ ਦਾ. ਅੱਗੇ ਤੋਂ ਧਿਆਨ ਰੱਖਣਾ ਕਿ ਥੋੜਾ ਵਿਸ਼ਰਾਮ ਲੈ ਕੇ ਕਰੀਏ ਆਪਾਂ, ਮਤਲਬ ਕਾਲੀ ਨਹੀਂ ਤੇ ਆਰਾਮ ਦੇ ਨਾਲ ਕਰੀਏ. ਸੋ ਬਹੁਤ ਬਹੁਤ ਧੰਨਵਾਦ ਜੀ. ਅੱਗੇ ਕੀਰਤਨ ਦੀ ਸੇਵਾ ਲੈ ਰਹੇ ਨੇ ਜੀ ਜਸਮੀਤ ਕੌਰ ਜੀ EPP ਨੰਬਰ 16117 from ਸ਼ੇਰਪੁਰ ਤੋਂ. ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ ਕੀ ਫਤਿਹ. ਮੇਰਾ ਨਾਮ ਜਸਮੀਤ ਕੌਰ EPP ਨੰਬਰ 1617. ਵਾਹਿਗੁਰੂ ਜੀ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ ਜੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਆਪਣਾ ਬਿਰਦ ਸੰਭਾਲੇ, ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ, ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ, सास सास प्रित पाले, प्रभ स्यों लागर हो मेरा चीत, प्रभ स्यों लागर हो मेरा चीत, आदि अंत प्रभ सदा सहाई, तन हमारा मीत, तन हमारा मीत. मन बिलास पे साहिब के, मन बिलास पे साहिब के, अचरज देख वडाई, अचरज देख वडाई, हर सिमर सिमर आनंद कर नानक, प्रभ पूरन पैज रखाई, हर सिमर सिमर आनंद कर नानक, प्रभ पूरन पैज रखाई, प्रभ पूरन पैज रखाई. वाहिगुरू जी का खालसा वाहिगुरू जी की फतेह. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਬਹੁਤ ਬਹੁਤ ਧੰਨਵਾਦ ਜੀ. ਜੀ ਜੇ ਨੈਕਸਟ ਬੱਚਾ ਜੁੜਿਆ ਜਸ਼ਨਪ੍ਰੀਤ ਕੌਰ ਜੀ, ਇਹਨੇ ਉਹ ਆਪਣਾ ਸੈਸ਼ਨ ਲੈ ਲੈਣਗੇ ਜੀ EPP ਨੰਬਰ 15886 from ਮਹਿਲਾਂ ਕਲਾਂ. ਇਹਨਾਂ ਦਾ ਟੌਪਿਕ ਹੈ ਜੀ ਸਿੱਖ ਰਹਿਤ ਮਰਿਆਦਾ. ਜੇ ਜੁੜ ਚੁੱਕੇ ਤਾਂ ਹੈਂਡ ਰੇਸ ਕਰੋ ਜੀ. ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਕਰੋ ਜੀ ਸਟਾਰਟ. ਹਾਂਜੀ, ਸਭ ਤੋਂ ਪਹਿਲਾਂ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਆਪ ਜੀ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਹੈ ਜੀ. ਅਤੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰਿਤ ਤੇ ਜੋ ਸਾਨੂੰ ਬਾਹਰੀ ਰਹਿਤ ਦੀ ਦਾਤ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤੀ, ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ ਅਤੇ ਅਸੀਂ ਸਾਰੇ ਰਲ ਕੇ ਅਰਦਾਸ ਕਰੀਏ। ਹੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀਓ, ਆਪ ਕਿਰਪਾ ਕਰੋ, ਸਾਡੇ ਅੰਦਰ ਦੇ ਮਨ ਨੂੰ ਟਿਕਾ ਦਿਓ, ਇਕਾਗਰਤਾ ਬਣਾ ਦਿਓ ਤੇ ਅੰਦਰ ਸ਼ਾਂਤ ਕਰੋ। ਨਿਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਅਤੇ ਸੁਣਨ ਦੀ ਦਾਤ ਬਖਸ਼ੋ। ਹਾਂਜੀ, ਅਸੀਂ ਸਭ ਤੋਂ ਪਹਿਲਾਂ ਫਿਰ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਕਿ ਅੱਜ ਸਾਨੂੰ ਪਤਾ ਹੈ ਕਿ ਅੱਜ ਦਾ ਜੋ ਆਪਣਾ
ਵਿਸ਼ਾ ਹੈ ਉਹ ਹੈ ਸਿੱਖ ਰਹਿਤ ਮਰਿਆਦਾ। ਗੁਰਬਾਣੀ ਵਿੱਚ ਫਰਮਾਨ ਹੈ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ। ਇੱਥੇ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ ਹੈ। ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਸਤਿਗੁਰ ਸੁੱਖਾਂ ਦਾ ਦਾਤਾ ਮਿਹਰ ਕਰੇ, ਸਾਨੂੰ ਆਪਣੇ ਪੱਲੇ ਨਾਲ ਜੋੜ ਲਵੇ। ਅੱਗੇ ਸਵਾਲ ਉੱਠਦਾ ਹੈ ਕਿ ਗੁਰੂ ਪੱਲਾ ਪਕੜਾਉਂਦੇ ਕਿਹਨੂੰ ਨੇ। ਅੱਗੇ ਗੁਰੂ ਜੀ ਗੁਰਬਾਣੀ ਵਿੱਚ ਉੱਤਰ ਦਿੰਦੇ ਨੇ, ਗੁਰਸਿੱਖ ਮੇਤ ਚਲਹੋ ਗੁਰ ਚਾਲੀ। ਇਸ ਦਾ ਅਰਥ ਕੀ ਹੈ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਗੁਰੂ ਦੀ ਮਰਿਆਦਾ। ਜੇ ਅਸੀਂ ਗੁਰੂ ਦਾ ਪੱਲਾ ਪਕੜਨਾ ਚਾਹੁੰਦੇ ਹਾਂ ਤਾਂ ਉਹ ਚਾਲ ਚੱਲੀਏ, ਉਸ ਚਾਲ ਤੇ ਚੱਲੀਏ, ਉਸ ਮਰਿਆਦਾ ਤੇ ਚੱਲੀਏ ਜਿਹੜੀ ਮਰਿਆਦਾ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਜੀ। ਹੁਣ ਅਸੀਂ ਦੇਖਦੇ ਹਾਂ ਕਿ ਅੰਮ੍ਰਿਤ ਅਤੇ ਅੰਮ੍ਰਿਤ ਦੀ ਮਹਾਨਤਾ ਕੀ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਆਪ ਛਕਾਇਆ ਅਤੇ ਫਿਰ ਪੰਜਾਂ ਪਾਸੋਂ ਆਪ ਅੰਮ੍ਰਿਤ ਪਾਨ ਕੀਤਾ। ਇਤਿਹਾਸ ਗਵਾਹ ਹੈ ਕਿ ਉਸ ਦਿਨ 20,000 ਦੇ ਕਰੀਬ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੱਜ ਵੀ ਦਸਮ ਪਿਤਾ ਜੀ ਵੱਲੋਂ ਬਖਸ਼ੀ ਮਰਿਆਦਾ ਅਨੁਸਾਰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ਅਤੇ ਅੰਮ੍ਰਿਤ ਅਭਿਲਾਖੀ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਪਾਨ ਕਰਦੇ ਹਨ। ਪੁਰਾਤਨ ਸਮੇਂ ਤੋਂ ਭਾਰਤੀ ਲੋਕਾਂ ਵਿੱਚ ਅੰਮ੍ਰਿਤ ਨੂੰ ਸ਼ਕਤੀ ਮੰਨਿਆ ਗਿਆ ਹੈ ਜੋ ਮੁਰਦੇ ਨੂੰ ਅਮਰ ਕਰ ਦਿੰਦਾ ਹੈ। ਅੰਮ੍ਰਿਤ ਨਵਾਂ ਜਨਮ ਤੇ ਜੀਵਨ ਦੇਣ ਵਾਲੀ ਦਾਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਕਰਨ ਸਮੇਂ ਵਰਤਿਆ ਜਾਣ ਵਾਲਾ ਜਲ ਠੰਡਕ ਅਤੇ ਪਵਿੱਤਰਤਾ ਬਖਸ਼ਦਾ ਹੈ। ਪਤਾਸੇ ਮਿਠਾਸ ਤੇ ਬਰਾਬਰੀ ਦਾ ਸੰਕੇਤ ਹਨ। ਬਾਟਾ ਸਾਡੇ ਹਿਰਦੇ ਦੀ ਤਰ੍ਹਾਂ ਹੈ। ਖੰਡਾ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਹੈ। ਇਸ ਵਿੱਚ ਸਾਰੀ ਸ਼ਕਤੀ ਹੀ ਬਾਣੀ ਦੀ ਹੈ ਜੋ ਅੰਮ੍ਰਿਤ ਤਿਆਰ ਕਰਦਿਆਂ ਪੜ੍ਹੀ ਜਾਂਦੀ ਹੈ। ਅਸੀਂ ਅੰਮ੍ਰਿਤ ਛਕ ਕੇ ਅੰਮ੍ਰਿਤ ਵਰਗਾ ਜੀਵਨ ਬਤੀਤ ਕਰਨਾ ਹੈ। ਅੰਮ੍ਰਿਤ ਛਕ ਕੇ ਊਚ ਨੀਚ ਜਾਤ ਪਾਤ ਦੇ ਭੇਦਭਾਵ ਨਹੀਂ ਮੰਨਣੇ। ਅੰਮ੍ਰਿਤ ਛਕਣ ਨਾਲ ਮਨੁੱਖ ਖਾਲਸਾ ਬਣ ਜਾਂਦਾ ਹੈ। ਉਸ ਦੀ ਪਹਿਲੀ ਕੁੱਲ ਜਾਤ ਸਭ ਖਤਮ ਹੋ ਜਾਂਦੀ ਹੈ। ਇਹ ਅਸਲੀ ਰੂਪ ਵਿੱਚ ਸਾਂਝੀਵਾਲਤਾ ਦਾ ਉਪਦੇਸ਼ ਹੈ। ਇੱਕੋ ਬਾਟੇ ਵਿੱਚ ਸਭਨਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਸਭਨਾਂ ਦੇ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧਰਮ ਦੀ ਮਾਤਾ ਸਾਹਿਬ ਕੌਰ ਜੀ, ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੇ ਨਾਨਕੇ ਗੁਰੂ ਕਾ ਲਾਹੌਰ ਹੁੰਦੇ ਹਨ। ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਆਪਣੇ ਗੁਰੂ ਅੱਗੇ ਆਤਮ ਸਮਰਪਣ ਹੈ। ਅੰਮ੍ਰਿਤ ਛਕਣਾ ਗੁਰੂ ਅੱਗੇ ਪ੍ਰਣ ਹੈ, ਜਿਸ ਨਾਲ ਭਰਮ ਭੇਖਾਂ ਤੋਂ ਉੱਪਰ ਉੱਠ ਕੇ ਸਿੱਖ ਸਰਬੱਤ ਦਾ ਭਲਾ ਮੰਗਦਾ ਹੋਇਆ ਪਵਿੱਤਰ ਜੀਵਨ ਜਿਉਂਦਾ ਹੈ। ਖਾਲਸੇ ਨੂੰ ਪੰਜ ਪਿਆਰੇ ਇੱਕ ਵਾਰੀ ਅੰਮ੍ਰਿਤ ਦੀ ਵਿਧੀ ਸਮਝਾ ਦਿੰਦੇ ਹਨ। ਫਿਰ ਖਾਲਸਾ ਅੰਮ੍ਰਿਤ ਵੇਲੇ ਉੱਠਦਾ ਹੈ, ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦਾ ਹੈ। ਖੰਡੇ ਦਾ ਅੰਮ੍ਰਿਤ ਤੇ ਬਾਣੀ ਦਾ ਅੰਮ੍ਰਿਤ ਮੂਲ ਰੂਪ ਵਿੱਚ ਇੱਕ ਹੀ ਹਨ। ਖੰਡੇ ਦਾ ਅੰਮ੍ਰਿਤ ਬਾਹਰੀ ਭਿੰਨ ਭੇਦ ਮਿਟਾਉਂਦਾ ਹੈ ਅਤੇ ਬਾਣੀ ਦਾ ਅੰਮ੍ਰਿਤ ਅੰਦਰਲੀ ਕੂੜ ਦੀ ਦੀਵਾਰ ਨੂੰ ਤੋੜਦਾ ਹੈ। ਬਾਣੀ ਦੇ ਅੰਮ੍ਰਿਤ ਨਾਲ ਮਨ ਕਰਕੇ ਬਲ ਮਿਲਦਾ ਹੈ ਤੇ ਮਨੁੱਖ ਉੱਚਾ ਹੋ ਜਾਂਦਾ ਹੈ। ਖੰਡੇ ਦਾ ਅੰਮ੍ਰਿਤ ਤਨ ਨੂੰ ਤਗੜਿਆਂ ਕਰਦਾ ਤੇ ਬਲਵਾਨ ਬਣਾਉਂਦਾ ਹੈ। ਅੰਮ੍ਰਿਤਧਾਰੀ ਸਿੱਖ ਨੂੰ ਗੁਰੂ ਜੀ ਨੇ ਆਪਣਾ ਖਾਸ ਰੂਪ ਕਹਿ ਕੇ ਪਿਆਰ ਦਿੱਤਾ ਹੈ। ਖਾਲਸਾ ਮੇਰੋ ਰੂਪ ਹੈ ਖਾਸ। ਖਾਲਸਾ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ। ਉਹ ਹੋਰ ਕਿਸੇ ਦੇਵੀ ਦੇਵਤੇ, ਕਬਰ, ਮੜੀ, ਮਸਾਨ, ਧਾਗੇ ਤਵੀਤ, ਟੂਣਾ ਟਾਮਨ, ਭਰਮ ਪਖੰਡ, ਭੂਤ ਪ੍ਰੇਤ ਤੇ ਫੋਕਟ ਕਰਮਾਂ ਨੂੰ ਨਹੀਂ ਮੰਨਦਾ। ਇਸ ਲਈ ਇਹ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ ਕਿ ਕੋਈ ਵੀ ਮਨੁੱਖ ਅੰਮ੍ਰਿਤ ਛਕ ਕੇ ਖਾਲਸਾ ਸੱਜ ਸਕਦਾ ਹੈ।
ਇਸ ਲਈ ਹਰ ਸਿੱਖ ਨੂੰ ਅੰਮ੍ਰਿਤ ਛਕ ਕੇ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਦੇ ਪਾਤਰ ਬਣਨਾ ਚਾਹੀਦਾ ਹੈ। ਹੁਣ ਅੰਮ੍ਰਿਤ ਦੀ ਮਹਾਨਤਾ ਕੀ ਹੈ? ਗੁਰ ਇਤਿਹਾਸ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ। ਜਦ ਇੱਕ ਵਾਰੀ ਭਾਈ ਡੱਲੇ ਨੇ ਦਸਮ ਪਾਤਸ਼ਾਹ ਜੀ ਤੋਂ ਵਰ ਮੰਗਿਆ ਤਾਂ ਸਤਿਗੁਰਾਂ ਫਰਮਾਇਆ ਕਿ ਦੁਨੀਆ ਦੇ ਸਾਰੇ ਸੁੱਖ ਦਿੱਤੇ ਜਾ ਸਕਦੇ ਹਨ, ਪਰ ਸਾਡੇ ਨਾਲ ਸਾਂਝ ਤਦ ਹੀ ਹੋ ਸਕਦੀ ਹੈ ਜੇ ਅੰਮ੍ਰਿਤ ਪਾਨ ਕਰੇਗਾ। ਇਸ ਲਈ ਭਾਈ ਡੱਲੇ ਨੇ ਅਗਲੇ ਦਿਨ ਪਰਿਵਾਰ ਸਮੇਤ ਅੰਮ੍ਰਿਤ ਪਾਨ ਕੀਤਾ। ਇਸ ਲਈ ਜਿਨ੍ਹਾਂ ਸਿੱਖਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹਨਾਂ ਨੂੰ ਵੀ ਅੰਮ੍ਰਿਤ ਛਕ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਨੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ 5 ਕਕਾਰ ਬਖਸ਼ੇ ਹਨ। 5 ਕਕਾਰਾਂ ਅਤੇ ਉਸਦੀ ਮਹਾਨਤਾ ਕੀ ਹੈ? ਇੱਕ ਅੰਮ੍ਰਿਤਧਾਰੀ ਸਿੱਖ ਲਈ 5 ਕਕਾਰ ਸਦਾ ਹੀ ਆਪਣੇ ਅੰਗ ਸੰਗ ਰੱਖਣੇ ਬਹੁਤ ਜ਼ਰੂਰੀ ਹਨ। ਇਹਨਾਂ ਨੂੰ ਕਕਾਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਪੰਜੇ ਸ਼ਬਦ ਕੱਕਾ ਅੱਖਰ ਤੋਂ ਸ਼ੁਰੂ ਹੁੰਦੇ ਹਨ। ਦੂਜੇ ਸ਼ਬਦਾਂ ਵਿੱਚ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਹਾਨ ਬਖਸ਼ਿਸ਼ਾਂ ਹਨ, ਜਿਨ੍ਹਾਂ ਨੂੰ ਧਾਰਨ ਕਰਕੇ ਸਿੱਖ ਸਵੈਮਾਨ ਨਾਲ ਦਸਮ ਪਿਤਾ ਜੀ ਦਾ ਵਾਰਿਸ ਹੋਣ ਤੇ ਫਖਰ ਕਰਦਾ ਹੈ। 5 ਕਕਾਰ ਇਹ ਹਨ: ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ। ਪਹਿਲਾ ਹੈ ਕੇਸ। ਕੇਸ ਕਰਤਾਰ ਦੀ ਮਨੁੱਖ ਨੂੰ ਦਿੱਤੀ ਕੀਮਤੀ ਦਾਤ ਹੈ, ਜੋ ਉਸਦੀ ਸੁੰਦਰਤਾ ਤੇ ਸ਼ਕਤੀ ਵਿੱਚ ਵਾਧਾ ਕਰਦੀ ਹੈ। ਇੱਕ ਸਿੱਖ ਵਾਸਤੇ ਪਹਿਲਾ ਜ਼ਰੂਰੀ ਕਕਾਰ ਕੇਸ ਹਨ। ਕੇਸਾਂ ਨੂੰ ਗੁਰੂ ਜੀ ਦੀ ਮੋਹਰ ਵੀ ਕਿਹਾ ਜਾਂਦਾ ਹੈ। ਸਿੱਖ ਆਪਣੇ ਸਰੀਰ ਦੇ ਕਿਸੇ ਹਿੱਸੇ ਤੋਂ ਵੀ ਕੇਸ ਅਲੱਗ ਨਹੀਂ ਕਰ ਸਕਦਾ। ਕੇਸ ਕਟਵਾਉਣ ਵਾਲੇ ਸਿੱਖ ਨੂੰ ਪਤਤ ਕਿਹਾ ਜਾਂਦਾ ਹੈ। ਸਿੱਖੀ ਸਰੂਪ ਦੀ ਪਹਿਲੀ ਪਹਿਚਾਣ ਕੇਸ ਹਨ। ਗੁਰੂ ਦਾ ਸੱਚਾ ਸਿੱਖ ਆਪਣੇ ਕੇਸਾਂ ਨੂੰ ਜਾਨ ਤੋਂ ਵੀ ਵੱਧ ਪਿਆਰ ਕਰਦਾ ਹੈ ਅਤੇ ਇੱਕ ਸਿੱਖ ਨੇ ਕੇਸਾਂ ਨੂੰ ਕਦੇ ਵਾਲ ਵੀ ਨਹੀਂ ਆਖਣਾ, ਕਿਉਂਕਿ ਇਹ ਗੁਰੂ ਦੀ ਬਹੁਤ ਕੀਮਤੀ ਦਾਤ ਹੈ। 5 ਕਕਾਰਾਂ ਵਿੱਚੋਂ ਦੂਸਰਾ ਕਕਾਰ ਕੰਘਾ ਹੈ। ਦਸਮ ਪਿਤਾ ਜੀ ਨੇ ਜਿੱਥੇ ਕੇਸਾਂ ਨੂੰ ਸ਼੍ਰੋਮਣੀ ਕਿਹਾ ਹੈ, ਉੱਥੇ ਹੀ ਇਹਨਾਂ ਦੀ ਸੰਭਾਲ ਲਈ ਕੰਘਾ ਵੀ ਬਹੁਤ ਜ਼ਰੂਰੀ ਹੈ। ਇਹ ਆਮ ਕੰਘੀ ਨਾਲੋਂ ਵੱਖਰਾ ਲੱਕੜ ਦਾ ਬਣਿਆ ਹੁੰਦਾ ਹੈ। ਸਿੱਖ ਸਿੱਖਣੀ ਨੂੰ ਹੁਕਮ ਹੈ ਉਹ ਸਵੇਰੇ ਸ਼ਾਮ ਦੋਨੋਂ ਵੇਲੇ ਕੰਘੇ ਨਾਲ ਆਪਣੇ ਕੇਸ ਵਾਵੇ। ਅੰਮ੍ਰਿਤਧਾਰੀ ਸਿੱਖ ਕੰਘੇ ਨੂੰ ਹਮੇਸ਼ਾ ਆਪਣੇ ਕੇਸਾਂ ਵਿੱਚ ਰੱਖਦੇ ਹਨ। ਇੱਕ ਵਿਸ਼ੇਸ਼ਤਾ ਲੱਕੜ ਦੇ ਕੰਘੇ ਦੀ ਹੋਰ ਵੀ ਹੈ ਕਿ ਇਸ ਦੇ ਸਿਰ ਤੇ ਫੇਰਨ ਨਾਲ ਸਰੀਰ ਵਿੱਚ ਤਾਜ਼ਗੀ ਅਤੇ ਚੁਸਤੀ ਦਾ ਅਹਿਸਾਸ ਹੁੰਦਾ ਹੈ। ਦਸਮ ਪਾਤਸ਼ਾਹ ਜੀ ਦੀ ਤੀਜੀ ਬਖਸ਼ਿਸ਼ ਕੜਾ ਹੈ। ਸਿੱਖ ਨੂੰ ਹੁਕਮ ਹੈ ਕਿ ਉਹ ਆਪਣੇ ਸੱਜੇ ਹੱਥ ਵਿੱਚ ਸਰਬ ਲੋਹ ਦਾ ਕੜਾ ਪਹਿਨੇ। ਇਸ ਲਈ ਕਿਸੇ ਹੋਰ ਧਾਤ ਜਿਵੇਂ ਸੋਨਾ, ਚਾਂਦੀ, ਤਾਂਬਾ ਆਦਿ ਦੇ ਕੜੇ ਨੂੰ ਕਕਾਰ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਸੱਜੇ ਹੱਥ ਵਿੱਚ ਪਾਇਆ ਕੜਾ ਜਿੱਥੇ ਸਾਨੂੰ ਸਦਾ ਧਰਮੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦਿਵਾਉਂਦਾ ਹੈ, ਉੱਥੇ ਗੁਰੂ ਦੇ ਸਿੰਘ ਨੂੰ ਕਿਸੇ ਗਲਤ ਕੰਮ ਕਰਨ ਤੋਂ ਸੁਚੇਤ ਵੀ ਕਰਦਾ ਹੈ ਅਤੇ ਚੰਗਾ ਕੰਮ ਕਰਨ ਬਾਰੇ ਚੇਤਨ ਕਰਦਾ ਹੈ। ਇਸ ਲਈ ਸਾਰੇ ਸਿੱਖਾਂ ਨੇ ਸਰਬ ਲੋਹ ਦਾ ਕੜਾ ਪਹਿਨਣਾ ਹੈ। ਅੰਮ੍ਰਿਤਧਾਰੀ ਸਿੱਖ ਲਈ ਚੌਥਾ ਕਕਾਰ ਕਛਹਿਰਾ ਹੈ। ਇਹ ਇੱਕ ਖਾਸ ਆਕਾਰ ਤੇ ਸ਼ਕਲ ਦਾ ਬਣਿਆ ਉਹ ਵਸਤਰ ਹੈ ਜੋ ਨੰਗੇਜ ਨੂੰ ਪੂਰੀ ਤਰ੍ਹਾਂ ਢੱਕਦਾ ਹੈ। ਇਸ ਨੂੰ ਜੱਤ ਸੱਤ ਦੀ ਪਾਲਣਾ ਕਰਨ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ। ਇਹ ਇੱਕ ਸੱਭਿਅਕ ਪਹਿਰਾਵਾ ਹੈ ਜੋ ਮਨੁੱਖ ਨੂੰ ਸੱਭਿਅਕ ਸੱਚ ਨਾਲ ਜੋੜਦਾ ਹੈ। ਭਾਰਤੀ ਸੱਭਿਆਚਾਰ ਵਿੱਚ ਕੁਝ ਧਰਮਾਂ ਦੇ ਧਾਰਨੀ ਭੋਜਨ ਤੇ ਭਜਨ ਕਰਨ ਲੱਗਿਆਂ ਅਣਛੀਤਾ ਕੱਪੜਾ ਪਹਿਨਦੇ ਸਨ। ਗੁਰੂ ਦੇ ਨਿਆਰੇ ਪੰਥ ਦਾ ਇਹ ਲਿਬਾਸ ਇੱਕ ਭਰਮ ਨੂੰ ਵੀ ਤੋੜਦਾ ਹੈ। ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਕਿ ਕਛਹਿਰਾ ਕਿਸੇ ਵੀ ਕੱਪੜੇ ਦਾ ਹੋ ਸਕਦਾ ਹੈ, ਪਰ ਗੋਡਿਆਂ ਤੋਂ ਨੀਵਾਂ ਨਾ ਹੋਵੇ। ਪੰਜਵਾਂ ਕਕਾਰ ਕਿਰਪਾਨ ਹੈ। ਦਸਮ ਪਾਤਸ਼ਾਹ ਜੀ ਨੇ ਪੰਜਵਾਂ ਕਕਾਰ ਕਿਰਪਾਨ ਸਿੱਖ ਨੂੰ ਆਪਣੇ ਆਪ ਦੀ ਰੱਖਿਆ ਤੇ ਮਜ਼ਲੂਮਾਂ ਦੀ ਸੰਭਾਲ ਲਈ ਸ਼ਸਤਰ ਵਜੋਂ ਬਖਸ਼ਿਸ਼ ਕੀਤੀ ਹੈ।
ਕਿਰਪਾਨ ਦਾ ਅਰਥ ਹੈ ਕਿਰਪਾ ਆਨ, ਭਾਵ ਕਿਰਪਾ ਦੀ ਇੱਜ਼ਤ। ਖਾਲਸੇ ਦੀ ਸਿਰਜਣਾ ਕਰਦਿਆਂ ਤੇ ਵਾਹਿਗੁਰੂ ਵਾਹਿਗੁਰੂ ਜਪਾਉਂਦਿਆਂ ਸਤਿਗੁਰਾਂ ਨੇ ਕਿਰਪਾਨ ਨੂੰ ਖਾਲਸੇ ਦਾ ਸ਼ਿੰਗਾਰ ਬਣਾ ਦਿੱਤਾ। ਸਿੱਖ ਦੀ ਕਿਰਪਾਨ ਹਮਲੇ ਵਾਸਤੇ ਨਹੀਂ, ਸਗੋਂ ਮਜ਼ਲੂਮਾਂ ਦੀ ਰੱਖਿਆ ਲਈ ਹੈ। ਇਸ ਨੂੰ ਧਾਗੇ ਵਿੱਚ ਪਰੋ ਕੇ ਗਲ ਵਿੱਚ ਨਹੀਂ ਪਾਉਣਾ ਚਾਹੀਦਾ ਅਤੇ ਨਾ ਹੀ ਡੋਰੀ ਵਾਲੀ ਕਿਰਪਾਨ ਪਾਉਣੀ ਚਾਹੀਦੀ ਹੈ, ਸਗੋਂ ਸ਼ਸਤਰ ਰੂਪ ਵਿੱਚ ਗਾਤਰੇ ਵਾਲੀ ਕਿਰਪਾਨ ਪਹਿਨਣੀ ਚਾਹੀਦੀ ਹੈ। ਗੁਰੂ ਦਾ ਖਾਲਸਾ ਇਹਨਾਂ ਪੰਜਾਂ ਕਕਾਰਾਂ ਨੂੰ ਸਦਾ ਆਪਣੇ ਅੰਗ ਸੰਗ ਹੀ ਰੱਖਦਾ ਹੈ, ਸਗੋਂ ਇਹਨਾਂ ਨੂੰ ਆਪਣੇ ਅੰਗ ਹੀ ਜਾਣਦਾ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ 4 ਬੱਜਰ ਕੁਰੈਤਾਂ ਵੀ ਹਨ। ਸਿੱਖ ਧਰਮ ਚੰਗੀ ਜੀਵਨ ਜਾਂਚ ਸਿਖਾਉਂਦਾ ਹੈ। ਚੰਗੀ ਜੀਵਨ ਜਾਂਚ ਦੇ ਕੁਝ ਨਿਯਮ ਹੁੰਦੇ ਹਨ। ਗੁਰੂ ਸਾਹਿਬਾਨ ਨੇ ਕੁਝ ਉਹ ਕੰਮ ਕਰਨ ਤੋਂ ਸਿੱਖਾਂ ਨੂੰ ਮਨਾਹੀ ਕੀਤੀ ਹੈ, ਜਿਨ੍ਹਾਂ ਦੇ ਕਰਨ ਨਾਲ ਕੋਈ ਵਿਅਕਤੀ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ, ਜਿਨ੍ਹਾਂ ਦੇ ਕਰਨ ਨਾਲ ਮਤ, ਮਨ, ਬੁੱਧ ਤੇ ਸਰੀਰ ਦਾ ਨਾਸ਼ ਹੁੰਦਾ ਹੈ। ਸਿੱਖ ਰਹਿਤ ਮਰਿਆਦਾ ਵਿੱਚ ਅਜਿਹੇ ਕੰਮਾਂ ਨੂੰ ਬੱਜਰ ਕੁਰੈਤ ਕਿਹਾ ਜਾਂਦਾ ਹੈ। ਸਿੱਖ ਲਈ ਇਹ 4 ਬੱਜਰ ਕੁਰੈਤਾਂ ਹਨ। ਪਹਿਲਾ ਹੈ ਕੇਸਾਂ ਦੀ ਬੇਅਦਬੀ, ਦੂਜਾ ਕੁੱਠਾ ਖਾਣਾ, ਤੀਜਾ ਹੈ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ, ਚੌਥਾ ਹੈ ਤਮਾਕੂ ਦਾ ਵਰਤਣਾ। ਕੇਸਾਂ ਦੀ ਬੇਅਦਬੀ। ਸਿੱਖ ਮੱਤ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਦੇ ਉੱਪਰਲੇ ਰੋਮਾਂ ਨੂੰ ਕੇਸ ਕਿਹਾ ਗਿਆ ਹੈ। ਇਹਨਾਂ ਨੂੰ ਕੱਟਣਾ ਜਾਂ ਪੁੱਟਣਾ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਮ ਪਾਤਸ਼ਾਹ ਤੱਕ ਗੁਰੂ ਸਾਹਿਬਾਨ ਨੇ ਉਪਦੇਸ਼ ਦਿੱਤਾ ਹੈ ਕਿ ਕੇਸਾਂ ਨੂੰ ਰੱਬੀ ਦਾਤ ਜਾਣ ਕੇ ਸੰਭਾਲਣਾ ਹੈ। ਇਹਨਾਂ ਨੂੰ ਗੁਰੂ ਦੀ ਮੋਹਰ ਵੀ ਕਿਹਾ ਜਾਂਦਾ ਹੈ। ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਆਪਣੇ ਸਰੀਰ ਉੱਪਰ ਅਨੇਕਾਂ ਤਸੀਹੇ ਤਾਂ ਝੱਲ ਲਏ, ਪਰ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਇਸੇ ਤਰ੍ਹਾਂ ਕੇਸਾਂ ਤੋਂ ਬਗੈਰ ਸਿੱਖ ਵੀ ਅਪਾਹਜ, ਜਿਵੇਂ ਕਿ ਕਿਸੇ ਦੇ ਅੰਗ ਕੱਟੇ ਜਾਣ ਸਮੇਂ ਮਨੁੱਖ ਅਪਾਹਜ ਹੋ ਜਾਂਦਾ ਹੈ, ਇਸੇ ਤਰ੍ਹਾਂ ਕੇਸਾਂ ਤੋਂ ਬਗੈਰ ਸਿੱਖ ਵੀ ਅਪਾਹਜ ਤੇ ਅਧੂਰਾ ਮੰਨਿਆ ਜਾਂਦਾ ਹੈ। ਇਹ ਨਿਆਰਾ ਸਰੂਪ ਹੀ ਸੰਸਾਰ ਪੱਧਰ ਤੇ ਸਿੱਖ ਕੌਮ ਦੀ ਨਿਆਰੀ ਪਹਿਚਾਣ ਹੈ। 10ਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇੱਥੋਂ ਤੱਕ ਪ੍ਰੇਰਨਾ ਦਿੱਤੀ ਹੈ, ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ, ਪਰ ਸ਼ਸਤਰ ਤੇ ਕੇਸਾਂ ਤੋਂ ਬਿਨਾਂ ਮਨੁੱਖ ਭੇਡ ਦੇ ਸਮਾਨ ਹੈ। ਇਹਨਾਂ ਤੋਂ ਬਿਨਾਂ ਉਹ ਮਰਦ ਅਖਵਾਉਣ ਦਾ ਹੱਕਦਾਰ ਨਹੀਂ ਹੈ। ਇਸ ਲਈ ਹਰ ਸਿੱਖ ਨੂੰ ਆਪਣੇ ਸਿੱਖੀ ਸਰੂਪ ਉੱਪਰ ਫਖਰ ਤੇ ਮਾਣ ਕਰਨਾ ਚਾਹੀਦਾ ਹੈ। ਜੁਗਾਂ ਜੁਗੰਤਰਾਂ ਤੱਕ ਇਹ ਬੋਲ ਸਭ ਲੋਕਾਈ ਨੂੰ ਪ੍ਰੇਰਦੇ ਰਹਿਣਗੇ ਕਿ ਗੁਰੂ ਦਾ ਸਿੱਖ ਆਪਣੀ ਜਾਨ ਤਾਂ ਦੇ ਸਕਦਾ ਹੈ, ਪਰ ਕੇਸਾਂ ਦੀ ਬੇਅਦਬੀ ਨਹੀਂ ਸਹਾਰ ਸਕਦਾ। ਇਹ ਗਰਜਵੇਂ ਤੇ ਗੜਕਵੇਂ ਬੋਲ ਸਾਡੀ ਪ੍ਰੇਰਕ ਸ਼ਕਤੀ ਤੇ ਸਵੈਮਾਨ ਹਨ ਕਿ ਅਸੀਂ ਭਾਈ ਤਾਰੂ ਸਿੰਘ ਜੀ ਦੇ ਵਾਰਿਸ ਹਾਂ। ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਪੁੱਤਰੀਆਂ ਹੋਣ ਤੇ ਮਾਣ ਹੈ। ਹੁਣ ਕੋਈ ਜ਼ਕਰੀਆ ਖਾਨ ਸਾਡੇ ਕੇਸਾਂ ਵੱਲ ਬੁਰੀ ਨਜ਼ਰ ਨਾਲ ਨਹੀਂ ਤੱਕਦਾ, ਪਰ ਅਸੀਂ ਆਪ ਹੀ ਜ਼ਕਰੀਆ ਖਾਂ ਬਣ ਕੇ ਆਪਣੇ ਕੇਸਾਂ ਦੇ ਕਾਤਲ ਵੀ ਨਾ ਬਣੀਏ। ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਸਾਨੂੰ ਵੰਗਾਰਦੀ ਹੈ ਕਿ ਅਸੀਂ ਕੇਸ ਕਟਵਾਉਣੇ ਫੈਸ਼ਨ ਨਾ ਸਮਝੀਏ, ਸਗੋਂ ਕੇਸ ਰੱਖਣੇ ਤੇ ਸੰਵਾਰਨੇ ਫੈਸ਼ਨ ਸਮਝੀਏ। ਸੋਹਣੀ ਦਸਤਾਰ ਸਜਾਉਣੀ ਸਾਡਾ ਫੈਸ਼ਨ ਹੋਵੇ। ਅਸੀਂ ਆਪਣੇ ਗੁਰੂ ਜੀ ਦੇ ਕੇਸਾਂ ਧਾਰੀ ਹੀਰੋ ਹਾਂ। ਇਹ ਸਵੈ-ਮਾਣ ਤੇ ਸਵੈ-ਵਿਸ਼ਵਾਸ ਹਰੇਕ ਸਿੱਖ ਵਿਦਿਆਰਥੀ ਦੇ ਮਨ ਵਿੱਚ ਹੋਣਾ ਜ਼ਰੂਰੀ ਹੈ। ਭਾਈ ਤਾਰੂ ਸਿੰਘ ਜੀ ਦੇ ਜੀਵਨ ਇਤਿਹਾਸ ਦੀ ਇਹੋ ਮਹਾਨ ਸਿੱਖਿਆ ਤੇ ਸੰਦੇਸ਼ ਹੈ। ਸਿੱਖ ਰਹਿਤ ਮਰਿਆਦਾ ਵਿੱਚ ਦੂਜਾ ਬੱਜਰ ਕੁਰੈਤ ਹੈ ਕੁੱਠਾ ਖਾਣਾ। ਕੁੱਠਾ ਤੋਂ ਭਾਵ ਉਹ ਮਾਸ ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਵੇ। ਅਜਿਹਾ ਮਾਸ ਖਾਣਾ
ਸਿੱਖਾਂ ਲਈ ਮਨਾਹੀ ਹੈ। ਤੀਜਾ ਹੈ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ। ਸਤਿਗੁਰਾਂ ਨੇ ਇੱਕ ਚੰਗੇ ਆਚਰਣ ਵਾਲਾ ਸਮਾਜ ਸਥਾਪਿਤ ਕਰਨ ਦਾ ਯਤਨ ਕੀਤਾ ਹੈ। ਪੁਰਸ਼ ਹੋਵੇ ਜਾਂ ਇਸਤਰੀ, ਇਹ ਦੋਹਾਂ ਲਈ ਜ਼ਰੂਰੀ ਹੈ ਕਿ ਆਪਣੇ ਇਸਤਰੀ ਬ੍ਰਤ ਤੇ ਪਤੀ ਬ੍ਰਤ ਧਰਮ ਉੱਪਰ ਪਹਿਰਾ ਦੇਣ। ਇਸ ਨਾਲ ਕੌਮ ਤੇ ਦੇਸ਼ ਮਜ਼ਬੂਤ ਹੁੰਦੇ ਹਨ। ਸਿੱਖ ਦਾ ਉੱਚਾ ਆਚਰਣ ਰੱਖਣ ਲਈ ਇਹ ਇੱਕ ਅਨੁਸ਼ਾਸਨ ਹੈ। ਜੇਕਰ ਸੰਸਾਰ ਦੇ ਲੋਕ ਇਸ ਕੁਰਹਿਤ ਨੂੰ ਤਿਆਗ ਦੇਣ ਤਾਂ ਅਨੇਕਾਂ ਨਾਮੁਰਾਦ ਬਿਮਾਰੀਆਂ ਤੋਂ ਬਚ ਸਕਦੇ ਹਨ। ਚੌਥਾ ਹੈ ਤਮਾਕੂ ਦਾ ਵਰਤਣਾ। ਤਮਾਕੂ ਜਾਂ ਤਮਾਕੂ ਤੋਂ ਬਣੀਆਂ ਅਨੇਕ ਪ੍ਰਕਾਰ ਦੀਆਂ ਵਸਤਾਂ ਨੂੰ ਵਰਤਣਾ ਸਿੱਖ ਜਗਤ ਵਿੱਚ ਮਨ੍ਹਾ ਹੈ। ਇਸ ਨੂੰ ਜਗਤ ਝੂਠ ਵੀ ਆਖਿਆ ਗਿਆ ਹੈ। ਉਂਝ ਕਿਸੇ ਦਾ ਝੂਠਾ ਖਾਣਾ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ। ਜਗਤ ਝੂਠ ਤੋਂ ਭਾਵ ਸਾਰੇ ਸੰਸਾਰ ਦੀ ਝੂਠ ਹੈ। ਇਹ ਤਾਂ ਫਿਰ ਅਤ ਘਟੀਆ ਹੈ। ਵਰਤਮਾਨ ਖੋਜਾਂ ਨੇ ਸਾਰੀ ਦੁਨੀਆ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਤਮਾਕੂ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਦੀ ਵਰਤੋਂ ਕਰਨ ਵਾਲੇ ਦੇ ਫੇਫੜੇ, ਦਿਲ, ਅੱਖਾਂ ਤੇ ਹੋਰ ਅੰਗ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਤਮਾਕੂ ਦੇ ਗੰਦੇ ਧੂਏ ਕਾਰਨ ਵੀ ਕਈ ਬਿਮਾਰੀਆਂ ਹੋਰਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਅਜਿਹੇ ਭੈੜੇ ਨਸ਼ਿਆਂ ਦਾ ਧਾਰਨੀ ਮਨੁੱਖ ਧਰਮ ਦੀਆਂ ਉੱਚੀਆਂ ਕਦਰਾਂ ਕੀਮਤਾਂ ਨਹੀਂ ਨਿਭਾ ਸਕਦਾ। ਤੱਤਸਾਰ ਵਜੋਂ ਕਿਹਾ ਜਾਂਦਾ ਹੈ ਕਿ ਜੇਕਰ ਸੰਸਾਰ ਦੇ ਲੋਕ ਇਹਨਾਂ ਚਾਰ ਬੱਜਰ ਕੁਰੈਤਾਂ ਨੂੰ ਤਿਆਗ ਦੇਣ ਤਾਂ ਇੱਕ ਅਤ ਸੁੰਦਰ ਤੇ ਖੁਸ਼ਹਾਲ ਸਮਾਜ ਪੈਦਾ ਹੋ ਸਕਦਾ ਹੈ। ਸਿੱਖ ਸਮਾਜ ਨੂੰ ਇਸ ਗੱਲ ਤੇ ਮਾਣ ਕਰਨਾ ਚਾਹੀਦਾ ਹੈ ਕਿ ਸਤਿਗੁਰਾਂ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਸਿੱਖ ਪੰਥ ਨੂੰ ਇਹਨਾਂ ਬੁਰੀਆਂ ਅਲਾਮਤਾਂ ਤੋਂ ਸੁਚੇਤ ਕਰਕੇ ਤੇ ਸ਼ਕਤੀ ਨਾਲ ਵਰਜ ਕੇ ਬਚਾ ਲਿਆ ਹੈ। ਸਿੱਖ ਰਹਿਤ ਮਰਿਆਦਾ ਦੇ ਅੰਮ੍ਰਿਤ ਸੰਸਕਾਰ ਵਿੱਚ ਕੁਝ ਅਜਿਹੇ ਕਰਮਾਂ ਦਾ ਜ਼ਿਕਰ ਹੈ ਜਿਨ੍ਹਾਂ ਦੇ ਕਰਨ ਨਾਲ ਸਿੱਖ ਤਨਖਾਹੀਆ ਮੰਨਿਆ ਜਾਂਦਾ ਹੈ। ਤਨਖਾਹੀਆ ਭਾਵ ਧਾਰਮਿਕ ਸਜ਼ਾਯੋਗ ਹੋ ਜਾਂਦਾ ਹੈ। ਇਸ ਦੇ ਪਿੱਛੇ ਭਾਵਨਾ ਇੱਕੋ ਹੈ ਕਿ ਸਿੱਖ ਆਪਣੇ ਆਪ ਨੂੰ ਪੰਥਕ ਜਥੇਬੰਦੀ ਦੇ ਸੂਤਰ ਵਿੱਚ ਪਰੋਈ ਰੱਖੇ। ਸਾਡੇ 10 ਗੁਰੂ ਸਾਹਿਬਾਨਾਂ ਨੇ ਇਹ ਜਥੇਬੰਦਕ ਧਰਮ ਸਥਾਪਿਤ ਕਰਨ ਲਈ ਬਹੁਤ ਘਾਲਣਾ ਘਾਲੀਆਂ ਨੇ। ਗੁਰੂ ਪੰਥ ਦੇ ਵਾਰਸਾਂ ਨੇ ਰਹਿਤ ਦੇ ਧਾਰਨੀ ਹੋ ਕੇ ਕੁਝ ਗੱਲਾਂ ਤੋਂ ਸੁਚੇਤ ਰਹਿਣਾ ਹੈ। ਹੁਣ ਸਵਾਲ ਹੈ ਕਿ ਤਨਖਾਹੀਏ ਕੌਣ ਹਨ ਅਤੇ ਸਿੱਖ ਤਨਖਾਹੀਆ ਕਿਵੇਂ ਹੋ ਜਾਂਦਾ ਹੈ। ਤਨਖਾਹੀਏ ਕੌਣ ਹਨ? ਮੀਨੇ, ਮਸੰਦ, ਧੀਰ ਮੱਲੀਏ, ਰਾਮ ਰਾਈਏ ਆਦਿ ਪੰਥ ਵਿਰੋਧੀਆਂ ਜਾਂ ਨੜੀਮਾਰ, ਕੁੜੀਮਾਰ, ਸਿਰਗੁਣ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ। ਬੇਅਮਰਤੀਏ ਜਾਂ ਪਤਤ ਦਾ ਝੂਠ ਖਾਣ ਵਾਲਾ ਵੀ ਤਨਖਾਹੀਆ ਮੰਨਿਆ ਜਾਂਦਾ ਹੈ। ਸਿੱਖ ਜਗਤ ਵਿੱਚ ਦਾੜਾ ਰੰਗਣ ਵਾਲਾ ਵੀ ਤਨਖਾਹੀਆ ਮੰਨਿਆ ਜਾਂਦਾ ਹੈ। ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ ਵੀ ਤਨਖਾਹੀਆ ਮੰਨਿਆ ਜਾਂਦਾ ਹੈ। ਕੋਈ ਨਸ਼ਾ ਜਿਵੇਂ ਭੰਗ, ਅਫੀਮ, ਸ਼ਰਾਬ, ਕੁਕੀਨ ਆਦਿ ਵਰਤਣ ਵਾਲਾ ਵੀ ਤਨਖਾਹੀਆ ਹੀ ਹੈ। ਗੁਰਮਤ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਕਰਾਉਣ ਵਾਲਾ ਅਤੇ ਰਹਿਤ ਵਿੱਚ ਕੋਈ ਭੁੱਲ ਕਰਨ ਵਾਲਾ ਤਨਖਾਹੀਆ ਹੈ। ਹੁਣ ਅਸੀਂ ਤਨਖਾਹੀਆ ਬਾਰੇ ਸੰਖੇਪ ਵਿਆਖਿਆ ਕਰਦੇ ਹਾਂ। ਇਹਨਾਂ ਸਭਨਾਂ ਦੀ ਸੰਖੇਪ ਵਿਆਖਿਆ ਕਰਨੀ ਹੋਵੇ ਤਾਂ ਮੀਨੇ ਦਾ ਅਰਥ ਹੈ ਮੀਸਣਾ। ਮੀਨਾ ਪ੍ਰਿਥੀ ਚੰਦ ਦੀ ਵੰਸ਼ ਨੂੰ ਕਿਹਾ ਗਿਆ ਹੈ। ਪ੍ਰਿਥੀ ਚੰਦ ਸ੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰ ਹੋਣ ਦੇ ਬਾਵਜੂਦ ਵੀ ਗੁਰੂ ਪੰਥ ਦੇ ਖਿਲਾਫ ਕਾਰਵਾਈਆਂ ਕਰਦਾ ਰਿਹਾ। ਇਸ ਲਈ ਪ੍ਰਿਥੀ ਚੰਦ ਉਹਨਾਂ ਦੀ ਵੰਸ਼ ਤੇ ਸੰਗੀਆਂ ਨੂੰ ਮੀਨੇ ਕਿਹਾ ਗਿਆ ਹੈ। ਇਸੇ ਤਰ੍ਹਾਂ ਚੌਥੇ ਪਾਤਸ਼ਾਹ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਤੇ ਗੁਰਸਿੱਖ ਪ੍ਰਚਾਰਕਾਂ ਨੂੰ ਮਸੰਦ ਆਖਿਆ ਜਾਂਦਾ ਸੀ। ਜਦੋਂ ਇਹ ਲੋਕ ਧਰਮ ਵਿੱਚ ਮਨਮਾਨੀਆਂ ਕਰਨ ਲੱਗੇ ਤਾਂ ਦਸਮ ਪਾਤਸ਼ਾਹ ਜੀ ਨੇ ਸਿੱਖ ਸਮਾਜ ਨੂੰ ਜਾਗਰਤ ਕੀਤਾ। ਇਹਨਾਂ ਦੀਆਂ ਪੰਥ ਵਿਰੋਧੀਆਂ ਕਾਰਵਾਈਆਂ ਕਰਕੇ ਗੁਰਸਿੱਖਾਂ ਨੂੰ ਇਹਨਾਂ ਨਾਲ ਵਰਤਾਓ ਕਰਨ ਤੋਂ ਵਰਜਿਆ ਗਿਆ ਹੈ। ਹੁਣ ਧੀਰ ਮੱਲੀਏ ਕੌਣ ਹਨ? ਬਾਬਾ ਧੀਰਮਲ 6ਵੇਂ ਸਤਿਗੁਰਾਂ ਦੇ ਪੋਤਰੇ ਤੇ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਸਨ। ਇਹਨਾਂ ਦੀਆਂ ਚਾਲਾਂ ਵੀ ਗੁਰੂ ਘਰ ਦੇ ਵਿਰੋਧ ਵਿੱਚ ਸਨ।
ਧੀਰਮੱਲੀਆਂ ਨੇ 9ਵੇਂ ਪਾਤਸ਼ਾਹ ਤੱਕ ਵਿਰੋਧ ਜਾਰੀ ਰੱਖਿਆ। ਇਹਨਾਂ ਦੀ ਵੰਸ਼ ਵਿੱਚੋਂ ਹੀ ਇੱਕ ਵਡਭਾਗ ਸਿੰਘ ਹੋਇਆ, ਪਰ ਉਹ ਵੀ ਵੱਖਰਾ ਗੁਰੂ-ਡੰਮ ਚਲਾਉਣ ਲੱਗ ਪਿਆ। ਇਸ ਲਈ ਸਿੱਖ ਪੰਥ ਨੂੰ ਧੀਰਮੱਲੀਆਂ ਨਾਲ ਵਰਤਣ ਦੀ ਮਨਾਹੀ ਹੈ। ਬਾਬਾ ਰਾਮ ਰਾਏ 7ਵੇਂ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਸਨ। ਇਹਨਾਂ ਨੇ ਔਰੰਗਜ਼ੇਬ ਦੇ ਪ੍ਰਭਾਵ ਹੇਠ ਗੁਰਬਾਣੀ ਦੀ ਪੰਕਤੀ ਬਦਲਣ ਦੀ ਗੁਸਤਾਖੀ ਕੀਤੀ। ਸਮਾਂ ਪਾ ਕੇ ਇਹਨਾਂ ਨੇ ਪੰਥ ਵਿਰੋਧੀ ਕਾਰਜ ਕੀਤੇ ਤੇ ਆਪ ਗੁਰੂ ਬਣ ਬੈਠੇ। ਇਹਨਾਂ ਨੂੰ ਰਾਮ ਰਾਈਏ ਕਿਹਾ ਜਾਂਦਾ ਹੈ ਤੇ ਇਹਨਾਂ ਨਾਲ ਵਰਤਣ ਵਾਲਾ ਸਿੱਖ ਵੀ ਤਨਖਾਹੀਆ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਨਰੀ ਮਾਰ ਤੋਂ ਭਾਵ ਹੁੱਕਾ ਜਾਂ ਤਮਾਕੂ ਪੀਣ ਵਾਲੇ ਤੋਂ ਹੈ। ਕੁੜੀ ਮਾਰ ਤੋਂ ਭਾਵ ਜੰਮਦਿਆਂ ਜਾਂ ਜੰਮਣ ਤੋਂ ਪਹਿਲਾਂ ਹੀ ਧੀਆਂ ਨੂੰ ਮਾਰਨ ਵਾਲਿਆਂ ਤੋਂ ਹੈ। ਸਿਰਗੁਮ ਤੋਂ ਭਾਵ ਜੋ ਸਿੱਖ ਹੋ ਕੇ ਕੇਸ ਕਟਾ ਦੇਣ ਤੇ ਇਹਨਾਂ ਨਾਲ ਮਿਲਵਰਤਨ ਕਰਨ ਵਾਲਾ ਤਨਖਾਹੀਆ ਹੁੰਦਾ ਹੈ। ਹੁਣ ਅੰਮ੍ਰਿਤਧਾਰੀ ਆਪਸ ਵਿੱਚ ਖਾਣ ਪੀਣ ਦੀਆਂ ਵਸਤਾਂ ਛਕ ਲੈਣ ਤਾਂ ਇਹ ਕੋਈ ਬੁਰਾਈ ਨਹੀਂ ਹੈ। ਭਾਵੇਂ ਝੂਠਾ ਖਾਣਾ ਤਾਂ ਕਿਸੇ ਦਾ ਵੀ ਠੀਕ ਨਹੀਂ ਹੈ। ਇਸ ਦੇ ਨਾਲ ਗੁਰੂ ਪੰਥ ਦੇ ਖਾਲਸੇ ਨੂੰ ਉਹਨਾਂ ਲੋਕਾਂ ਦੀਆਂ ਕੁਚਾਲਾਂ ਤੋਂ ਸਾਵਧਾਨ ਕੀਤਾ ਹੈ ਜੋ ਆਪਣਾ ਝੂਠਾ ਖਵਾ ਕੇ ਨਵੇਂ ਧਰਮ ਚਲਾ ਰਹੇ ਹਨ। ਇਸ ਲਈ ਸਿੱਖ ਰਹਿਤ ਮਰਿਆਦਾ ਵਿੱਚ ਬੇਅਮਰਤੀਏ ਤੇ ਪਤਤ ਤੋਂ ਸਾਵਧਾਨ ਕੀਤਾ ਹੈ। ਸਿੱਖ ਧਰਮ ਵਿੱਚ ਕੇਸਾਂ ਨੂੰ ਪ੍ਰਭੂ ਦੀ ਦਾਤ ਸਮਝ ਕੇ ਸਤਿਕਾਰ ਨਾਲ ਸੰਭਾਲ ਕਰਨੀ ਜ਼ਰੂਰੀ ਹੈ। ਸਿੱਖ ਰਹਿਤ ਮਰਿਆਦਾ ਵਿੱਚ ਕਾਰਿਆਂ ਵਿੱਚੋਂ ਚਿੱਟੇ ਕੇਸ ਚੁਗਣੇ ਜਾਂ ਕੇਸਾਂ ਨੂੰ ਰੰਗ ਕਰਨਾ ਇਹ ਮਰਦ ਤੇ ਇਸਤਰੀ ਦੋਨਾਂ ਲਈ ਵਰਜਿਤ ਹੈ। ਇਸੇ ਤਰ੍ਹਾਂ ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ ਵੀ ਸਿੱਖ ਧਰਮ ਵਿੱਚ ਤਨਖਾਹੀਆ ਮੰਨਿਆ ਜਾਵੇਗਾ। ਅੱਗੇ ਕੁਝ ਨਸ਼ਿਆਂ ਦੇ ਨਾਮ ਹਨ, ਜਿਵੇਂ ਭੰਗ, ਅਫੀਮ, ਪੋਸਤ, ਕੁਕੀਨ, ਸ਼ਰਾਬ ਆਦਿ। ਪਰ ਕੋਈ ਵੀ ਨਸ਼ਾ ਜਾਂ ਕਿਸੇ ਵੀ ਪ੍ਰਕਾਰ ਦਾ ਨਹੀਂ ਕਰਨਾ। ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਨ ਨਾਲ ਸਿੱਖ ਤਨਖਾਹੀਆ ਹੋ ਜਾਂਦਾ ਹੈ। ਸੰਸਾਰ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਜੋ ਕੌਮਾਂ ਨਸ਼ਿਆਂ ਵਿੱਚ ਲੱਗ ਗਈਆਂ ਉਹ ਹਰ ਪੱਖੋਂ ਗੁਲਾਮ ਹੋ ਗਈਆਂ। ਗੁਰਸਿੱਖਾਂ ਨੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂ ਸਾਹਿਬਾਨਾਂ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨਾ ਹੈ। ਅੰਤ ਵਿੱਚ ਰਹਿਤ ਮਰਿਆਦਾ ਵਿੱਚ ਕੋਈ ਭੁੱਲ ਕਰਨ ਵਾਲਾ ਤਨਖਾਹੀਆ ਕਿਹਾ ਗਿਆ ਹੈ। ਅੰਮ੍ਰਿਤਧਾਰੀ ਸਿੰਘ ਨਿਤਨੇਮ ਜਾਂ ਕਕਾਰਾਂ ਦੇ ਪ੍ਰਤੀ ਢਿੱਲ ਵਰਤੇ ਤਾਂ ਤਨਖਾਹੀਆ ਹੈ। ਜੇਕਰ ਕੋਈ ਭੁੱਲ ਹੋ ਜਾਵੇ ਤਾਂ ਤਨਖਾਹ ਲਵਾਉਣੀ ਪਵੇਗੀ। ਹੁਣ ਤਨਖਾਹ ਲਾਉਣ ਦੀ ਪੰਥਕ ਵਿਧੀ ਕੀ ਹੈ? ਤਨਖਾਹ ਲਾਉਣ ਦੀ ਵਿਧੀ, ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੇ ਗੁਰਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁਖ ਖੜੋ ਕੇ ਆਪਣੀ ਭੁੱਲ ਮੰਨੇ। ਗੁਰਸੰਗਤ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 5 ਪਿਆਰੇ ਚੁਣੇ ਜਾਣ ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰਸੰਗਤ ਪਾਸ ਤਨਖਾਹ ਤਜਵੀਜ਼ ਕਰਨ। ਸੰਗਤ ਨੂੰ ਬਖਸ਼ਣ ਵੇਲੇ ਹੱਠ ਨਹੀਂ ਕਰਨਾ ਚਾਹੀਦਾ, ਨਾ ਹੀ ਤਨਖਾਹ ਲਾਉਣ ਵਾਲੇ ਨੂੰ ਦੰਡ ਭਰਨ ਵਿੱਚ ਅੜੀ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ ਉਹ ਲਾਉਣੀ ਚਾਹੀਦੀ ਹੈ ਅਤੇ ਅੰਤ ਵਿੱਚ ਸੋਧ ਦੀ ਅਰਦਾਸ ਹੋਵੇ। ਹੁਣ ਕੇਸਾਂ ਨੂੰ ਕਟਵਾਉਣ ਵਾਲਾ ਪਤਿਤ ਮੰਨਿਆ ਜਾਂਦਾ ਹੈ। ਮਹਾਨ ਕੋਸ਼ ਵਿੱਚ ਪਤਿਤ ਦਾ ਅਰਥ ਹੈ ਡਿੱਗਿਆ ਹੋਇਆ, ਧਰਮ ਕਰਮ ਤੋਂ ਡਿੱਗਿਆ ਹੋਇਆ, ਪਾਪੀ ਆਦਿ। ਇਸੇ ਤਰ੍ਹਾਂ 4 ਬੱਜਰ ਕੁਰੈਤਾਂ ਵਿੱਚੋਂ ਕਿਸੇ ਇੱਕ ਦੇ ਕਰਨ ਨਾਲ ਵੀ ਸਿੱਖ ਪਤਿਤ ਮੰਨਿਆ ਜਾਂਦਾ ਹੈ। ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਸਿੱਖੀ ਦੀ ਰਹਿਤ ਇੱਕ ਸਿੱਖ ਲਈ ਸਾਫ਼ ਸੁਥਰੀ ਜੀਵਨ ਜੀਣ ਦੀ ਮਰਿਆਦਾ ਹੈ। ਇਹ ਸਾਡੇ ਲਈ ਧਾਰਮਿਕ ਤੇ ਸਮਾਜਿਕ ਪੱਖੋਂ ਚੰਗਾ ਨਾਗਰਿਕ ਬਣਨ ਦੀ ਪ੍ਰੇਰਨਾ ਹੈ। ਜੋ ਇਨਸਾਨ ਚੰਗੇ ਨਿਯਮਾਂ ਦੀ ਪਾਲਣ ਕਰਦਾ ਹੈ ਉਹ ਸਦਾ ਸਫਲ ਹੁੰਦਾ ਹੈ। ਸਿੱਖ ਰਹਿਤ ਮਰਿਆਦਾ ਕਰਕੇ ਹੀ
ਸਿੱਖ ਸਮਾਜ ਅਤੇ ਸਿੱਖ ਸੱਭਿਆਚਾਰ ਦੀ ਨਿਆਰੀ ਹੋਂਦ ਕਾਇਮ ਹੈ। ਕੋਈ ਵੀ ਧਰਮ ਕਰਮ ਸਦਾ ਮਰਿਆਦਾ ਨਾਲ ਹੀ ਨਿਭਦਾ ਹੈ। ਹੁਣ ਪਤਿਤ ਪੁਣੇ ਦੇ ਹੱਲ ਕੀ ਹਨ? ਗੁਰਮਤਿ ਦੀ ਰੋਸ਼ਨੀ ਵਿੱਚ ਪਤਿਤ ਪੁਣੇ ਦਾ ਹੱਲ ਵੀ ਸੱਚਾ ਸੁੱਚਾ ਆਚਾਰ ਹੀ ਹੈ। ਪਤਿਤ ਪੁਣਾ ਇਨਸਾਨ ਦੀਆਂ ਕਮਜ਼ੋਰੀਆਂ ਤੇ ਅਗਿਆਨਤਾ ਕਰਕੇ ਹੈ। ਇਸ ਲਈ ਸਿੱਖ ਨੂੰ ਸਵੈ ਭਰੋਸਾ ਤੇ ਗੁਰੂ ਉੱਪਰ ਸ਼ਰਧਾ ਹੋਵੇ ਤਾਂ ਪਤਿਤ ਹੋਣ ਦਾ ਸਵਾਲ ਹੀ ਨਹੀਂ ਉੱਠਦਾ। ਇਹ ਵੀ ਯਾਦ ਰੱਖਣਾ ਹੈ ਕਿ ਪਤਿਤ ਹੋਣਾ ਗੁਰੂ ਤੇ ਸੰਗਤ ਦੀਆਂ ਨਜ਼ਰਾਂ ਵਿੱਚ ਵੱਡੀ ਬੁਰਾਈ ਹੈ। ਇਸ ਸੰਸਾਰ ਵਿੱਚ ਉਸਤਤ ਹਮੇਸ਼ਾ ਭਲੇ ਪੁਰਸ਼ਾਂ ਦੀ ਹੀ ਹੁੰਦੀ ਹੈ। ਚੰਗੀ ਜੀਵਨ ਜਾਂਚ ਵਾਲੇ ਇਨਸਾਨ ਦੀ ਸਮਾਜ ਵਿੱਚ ਵਡਿਆਈ ਹੁੰਦੀ ਹੈ। ਪਤਿਤ ਦਾ ਕਿਧਰੇ ਵੀ ਸਤਿਕਾਰ ਨਹੀਂ ਹੁੰਦਾ। ਸਿੱਖ ਨੇ ਪਤਿਤ ਨਹੀਂ ਸਗੋਂ ਪੁਨੀਤ ਹੋ ਕੇ ਸੰਸਾਰ ਵਿੱਚ ਜਸ ਖੱਟਣਾ ਹੈ। ਇਸੇ ਤਰ੍ਹਾਂ ਉਸਦਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਵੇਗਾ। ਹੁਣ ਅਸੀਂ ਇਹ ਸਾਰਾ ਸਿੱਖ ਬਾਰੇ ਦੇਖਿਆ। ਹੁਣ ਅਸੀਂ ਵੇਖਾਂਗੇ ਕਿ ਸਿੱਖ ਦੀ ਤਾਰੀਫ ਕੀ ਹੈ। ਸਿੱਖ ਰਹਿਤ ਮਰਿਆਦਾ ਵਿੱਚ ਸਿੱਖ ਦੀ ਤਾਰੀਫ ਕੀ ਹੈ? ਸਿੱਖ ਰਹਿਤ ਮਰਿਆਦਾ ਵਿੱਚ ਸਿੱਖ ਦੀ ਤਾਰੀਫ ਇਸ ਤਰ੍ਹਾਂ ਦਿੱਤੀ ਗਈ ਹੈ। ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਪਿਤਾ ਜੀ ਦੀ ਅੰਮ੍ਰਿਤ ਉੱਤੇ ਨਿਸ਼ਠਾ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਹੀ ਸਿੱਖ ਹੈ। ਅਤੇ ਇਸ ਅਨੁਸਾਰ ਕੋਈ ਵੀ ਇਸਤਰੀ ਜਾਂ ਪੁਰਸ਼ ਸਿੱਖੀ ਧਰਮ ਦਾ ਧਾਰਨੀ ਹੋ ਕੇ ਸਿੱਖ ਸੱਜ ਸਕਦਾ ਹੈ। ਇਸ ਵਿੱਚ ਕਿਸੇ ਰੰਗ, ਨਸਲ ਤੇ ਦੇਸ਼ ਪ੍ਰਦੇਸ਼ ਦੀ ਵਿਚਾਰ ਨਹੀਂ ਹੈ। ਇੱਕ ਗੱਲ ਸਪਸ਼ਟ ਹੈ ਕਿ ਸਿੱਖ ਨੇ ਇੱਕ ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਦੇਵੀ ਦੇਵਤੇ, ਪੱਥਰ, ਰੁੱਖ, ਮੂਰਤੀ ਜਾਂ ਤਸਵੀਰ ਦੀ ਪੂਜਾ ਨਹੀਂ ਕਰਨੀ ਹੈ। ਇਸੇ ਤਰ੍ਹਾਂ 10 ਗੁਰੂ ਸਾਹਿਬਾਨ ਨੂੰ ਵੱਖ-ਵੱਖ ਕਰਕੇ ਨਹੀਂ ਜਾਣਨਾ, ਕਿਉਂਕਿ 10 ਗੁਰੂ ਸਾਹਿਬਾਨ ਦੀ ਜੋਤ ਇੱਕ ਹੀ ਹੈ। 10 ਜਾਮਿਆਂ ਵਿੱਚ ਗੁਰੂ ਸਾਹਿਬਾਨ ਦਾ ਮਿਸ਼ਨ ਇੱਕ ਹੀ ਸੀ। ਇਸ ਦਾ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਮਿਲਦਾ ਹੈ। ਜੋਤ ਉਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀਐ। ਜਿੱਥੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਮੰਨਣ ਦੀ ਗੱਲ ਹੈ, ਇਸ ਤੋਂ ਭਾਵ ਸਿੱਖ ਨੇ ਆਪਣੀ ਜੀਵਨ ਜਾਂਚ ਇੱਥੋਂ ਸੇਧ ਲੈ ਕੇ ਸੰਵਾਰਨੀ ਹੈ। ਪੱਕਾ ਨਿਸ਼ਠਾ ਗੁਰਬਾਣੀ ਉੱਪਰ ਹੋਵੇ ਅਤੇ ਇਸ ਦੇ ਨਾਲ-ਨਾਲ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਅੰਮ੍ਰਿਤ ਉੱਪਰ ਨਿਸ਼ਠਾ ਰੱਖਣਾ, ਭਾਵ ਅੰਮ੍ਰਿਤਧਾਰੀ ਹੋਣਾ ਹੈ। ਜੋ ਮਰਿਆਦਾ ਦਸਮ ਪਿਤਾ ਜੀ ਨੇ 1699 ਈਸਵੀ ਨੂੰ ਖੰਡੇ ਦੀ ਪਹੁਲ ਛਕਾ ਕੇ ਪਰਪੱਕ ਕੀਤੀ ਸੀ, ਅਸੀਂ ਉਸੇ ਹੀ ਮਰਿਆਦਾ ਅਨੁਸਾਰ 5 ਪਿਆਰਿਆਂ ਪਾਸੋਂ ਅੰਮ੍ਰਿਤ ਪਾਨ ਕਰਦੇ ਹਾਂ। ਇਸ ਦੇ ਨਾਲ ਇੱਕ ਗੱਲ ਹੋਰ ਸਪਸ਼ਟ ਹੋਣੀ ਚਾਹੀਦੀ ਹੈ ਕਿ ਹਰ ਸਿੱਖ ਨੇ ਆਪਣੇ ਧਰਮ ਵਿੱਚ ਪੱਕਿਆਂ ਰਹਿਣਾ ਹੈ। ਸਿੱਖ ਧਰਮ ਦੇ ਧਾਰਨੀ ਹੋ ਕੇ ਫਿਰ ਕਿਸੇ ਹੋਰ ਧਰਮ ਨੂੰ ਨਹੀਂ ਮੰਨਣਾ। ਇੱਕ ਗੱਲ ਸਤਿਗੁਰਾਂ ਨੇ ਸਿੱਖ ਨੂੰ ਬਾਣੀ ਵਿੱਚ ਪੱਕਿਆਂ ਕੀਤੀ ਹੈ ਕਿ ਅਸੀਂ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨਾ ਹੈ। ਸਾਰਾ ਸੰਸਾਰ ਇੱਕ ਪਰਮਾਤਮਾ ਦੀ ਸੰਤਾਨ ਹੈ। ਅਸੀਂ ਰੋਜ਼ਾਨਾ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦੇ ਹਾਂ ਅਤੇ ਸਰਬੱਤ ਦਾ ਭਲਾ ਮੰਗਣ ਵਾਲਾ ਕਿਸੇ ਦਾ ਬੁਰਾ ਕਦੇ ਨਹੀਂ ਸੋਚ ਸਕਦਾ। ਸਿੱਖ ਦੀ ਰਹਿਣੀ ਕੀ ਹੈ? ਸਿੱਖ ਦੀ ਰਹਿਣੀ 2 ਪ੍ਰਕਾਰ ਦੀ ਹੈ। ਇੱਕ ਤਾਂ ਸਾਖੀ ਰਹਿਣੀ ਤੇ ਦੂਜੀ ਪੰਥਕ। ਸਾਖੀ ਰਹਿਣੀ ਵਿੱਚ ਨਾਮ ਬਾਣੀ ਦਾ ਅਭਿਆਸ, ਗੁਰਮਤਿ ਦੀ ਰਹਿਣੀ ਤੇ ਸੇਵਾ ਹੈ। ਸਿੱਖ ਨੇ ਅੰਮ੍ਰਿਤ ਵੇਲੇ ਜਾਗ ਕੇ, ਇਸ਼ਨਾਨ ਕਰਕੇ, ਇੱਕ ਅਕਾਲ ਪੁਰਖ ਦਾ ਧਿਆਨ ਧਰ ਕੇ ਨਿਤਨੇਮ ਦਾ ਪਾਠ ਜ਼ਰੂਰ ਕਰਨਾ ਹੈ। ਅੰਮ੍ਰਿਤ ਵੇਲੇ ਅਤੇ ਸੋਦਰ ਰਹਿਰਾਸ ਦੇ ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ। ਅਰਦਾਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀਤੀ ਜਾਣੀ ਚਾਹੀਦੀ ਹੈ। ਕਿਸੇ ਦੇਵੀ ਦੇਵਤੇ, ਮੂਰਤ, ਮਨੁੱਖ ਜਾਂ ਚੰਦ ਸੂਰਜ ਅੱਗੇ ਨਹੀਂ ਕਰਨੀ।
ਇਸ ਤਰ੍ਹਾਂ ਦੀ ਜੀਵਨ ਜਾਂਚ ਵਾਲੇ ਮਨੁੱਖ ਨੂੰ ਸਿੱਖ ਕਿਹਾ ਜਾਂਦਾ ਹੈ। ਸਿੱਖ ਗੁਰੂ ਪੰਥ ਦੀ ਜਥੇਬੰਦੀ ਦਾ ਮੈਂਬਰ ਹੈ। ਇਸ ਲਈ ਪੰਥਕ ਰਹਿਣੀ ਵਿੱਚ ਗੁਰੂ ਪੰਥ, ਅੰਮ੍ਰਿਤ ਸੰਸਕਾਰ, ਤਨਖਾਹ ਲਾਉਣ ਦੀ ਵਿਧੀ, ਗੁਰਮਤਾ ਕਰਨ ਦੀ ਵਿਧੀ, ਸਥਾਨਕ ਫੈਸਲਿਆਂ ਦੀ ਅਪੀਲ ਅਤੇ ਹਰ ਪੱਖੋਂ ਗੁਰਮਤ ਰਹਿਣੀ ਅਨੁਸਾਰ ਜੀਵਨ ਜੀਣਾ ਸ਼ਾਮਿਲ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਜੀਵਨ ਜੀਣ ਵਾਲਾ ਸਿੱਖ ਹੀ ਪੂਰਾ ਸੂਰਾ ਕਿਹਾ ਜਾਵੇਗਾ। ਅਤੇ ਸਾਡਾ ਗੁਰੂ ਕੌਣ ਹੈ? ਜਦ ਦਸਮ ਪਾਤਸ਼ਾਹ ਜੀ ਹਜ਼ੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ ਤਾਂ ਉਹਨਾਂ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪੀ ਅਤੇ ਦੇਹਧਾਰੀ ਗੁਰੂ ਦੀ ਪਰੰਪਰਾ ਖਤਮ ਕਰ ਦਿੱਤੀ। ਅਤੇ ਹੁਣ ਸਾਡਾ ਗੁਰੂ ਕੌਣ ਹੈ? ਸਾਡਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਹੀ ਸਾਡਾ ਗੁਰੂ ਹੈ ਅਤੇ ਅਸੀਂ ਸ਼ਬਦ ਨੂੰ ਆਪਣਾ ਗੁਰੂ ਮੰਨਣਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਗੁਰੂ ਸਾਹਿਬ ਜੀ ਕਿਸ ਨੂੰ ਪਸੰਦ ਕਰਦੇ ਹਨ, ਕਿਸ ਨੂੰ ਪਿਆਰ ਕਰਦੇ ਹਨ? ਗੁਰੂ ਜੀ ਸਿੱਖ ਨੂੰ ਪਿਆਰ ਕਰਦੇ ਹਨ ਜਾਂ ਰਹਿਤ ਨੂੰ? ਗੁਰੂ ਨੂੰ ਰਹਿਤ ਪਿਆਰੀ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਮਹਾਰਾਜ ਕਹਿੰਦੇ ਹਨ, ਆਇਓ ਸੁਣਨ ਪੜਨ ਕੋ ਬਾਣੀ। ਇਸ ਧਰਤੀ ਤੇ ਅਸੀਂ ਕਿਉਂ ਆਏ ਹਾਂ? ਅਸੀਂ ਇਸ ਧਰਤੀ ਤੇ ਬਾਣੀ ਪੜਨ ਲਈ ਆਏ ਹਾਂ। ਅਸੀਂ ਇੱਥੋਂ ਬਾਣੀ ਪੜਨ ਆਏ ਹਾਂ। ਫਿਰ ਮਹਾਰਾਜ ਕਹਿੰਦੇ ਹਨ, ਨਾਮ ਵਿਸਾਰ ਲਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਫਿਰ ਜੇ ਅਸੀਂ ਸੰਸਕਾਰੀ ਲੋਕਾਂ ਵਿੱਚ ਲੱਗ ਗਏ ਤਾਂ ਸਾਡਾ ਜਨਮ ਬਿਰਥਾ ਹੀ ਜਾਵੇਗਾ। ਫਿਰ ਅਗਲੀ ਪੰਕਤੀ ਹੈ, ਭਗਤਾ ਕੈ ਸੰਸਾਰੀਆ, ਜੋੜ ਕਦੇ ਨਾ ਆਇਆ। ਉਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਬਣੀਏ। ਅਸੀਂ ਭਗਤ ਬਣਨਾ ਹੈ ਜਾਂ ਸੰਸਾਰੀ ਲੋਕ ਬਣਨਾ ਹੈ, ਉਹ ਸਾਡੇ ਤੇ ਨਿਰਭਰ ਕਰਦਾ ਹੈ। ਅੰਤ ਵਿੱਚ ਭੁੱਲਾਂ ਚੁੱਕਾਂ ਦੀ ਮਾਫੀ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਿੱਖ ਰਹਿਤ ਮਰਿਆਦਾ ਬਾਰੇ ਦੱਸਿਆ ਕਿ ਗੁਰੂ ਜੀ ਨੇ ਸਾਨੂੰ ਜੋ ਨਿਯਮ ਦੱਸੇ ਆਪਣੀ ਸਿੱਖ ਮਰਿਆਦਾ ਦੇ, ਜੋ 5 ਕਕਾਰ ਦਿੱਤੇ ਹੈ, ਅਸੀਂ ਹਮੇਸ਼ਾ ਉਹਨਾਂ ਨਿਯਮਾਂ ਦੇ ਵਿੱਚ ਬੱਝੇ ਰਹੀਏ ਤੇ ਆਪਣੀ ਸਿੱਖ ਮਰਿਆਦਾ ਨੂੰ ਹਮੇਸ਼ਾ ਕਾਇਮ ਰੱਖੀਏ। ਸੋ ਨੈਕਸਟ ਮਨਦੀਪ ਕੌਰ ਜੀ, ਰੈਡੀ ਹੋ ਤੁਸੀਂ? ਹਾਂਜੀ ਵਾਹਿਗੁਰੂ। ਹਾਂਜੀ, ਕਰੋ ਸਟਾਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰਾ ਅੱਜ ਦਾ ਸੈਸ਼ਨ ਹੈਗਾ ਜੀ ਮੈਂਟਲ ਐਬਿਲਿਟੀ ਦਾ ਸੈਸ਼ਨ ਹੈ ਜੀ। ਸਭ ਤੋਂ ਪਹਿਲਾਂ ਆਪਾਂ ਵਰਡ ਆਫ ਦਾ ਡੇ ਕਰਾਂਗੇ ਜੀ। ਨੈਕਸਟ ਸਲਾਈਡ ਕਰ ਦਿਓ ਜੀ। ਹਾਂਜੀ, ਅੱਜ ਦਾ ਵਰਡ ਵੀ ਆਪਣਾ ਐਬਿਲਿਟੀ ਹੀ ਹੈ ਜੀ। ਜਿਸ ਨੂੰ ਵੀ ਐਬਿਲਿਟੀ ਦਾ ਮੀਨਿੰਗ ਆਈ ਥਿੰਕ ਸਭ ਨੂੰ ਪਤਾ ਹੈ ਜੀ। ਚੈਟ ਬਾਕਸ ਵਿੱਚ ਦੱਸ ਦਿਓ ਜੀ ਕਿ ਐਬਿਲਿਟੀ ਦਾ ਮੀਨਿੰਗ ਕੀ ਹੁੰਦਾ ਹੈ। ਹਾਂਜੀ ਵਾਹਿਗੁਰੂ, ਬਿਲਕੁਲ ਰਾਈਟ ਜੀ। ਟੈਲੈਂਟ, ਅਸੀਂ ਯੋਗਤਾ ਸਾਡੀ ਜਿੰਨੀ ਵੀ ਹੈਗੀ ਹੈ, ਟੈਲੈਂਟ, ਯੋਗਤਾ, ਸਮਰੱਥਾ, ਹਾਂਜੀ ਬਿਲਕੁਲ ਰਾਈਟ ਜੀ। ਨੈਕਸਟ ਸਲਾਈਡ ਕਰ ਦਿਓ ਜੀ। ਵਾਹਿਗੁਰੂ, ਨੈਕਸਟ ਸਲਾਈਡ ਕਰ ਦਿਓ ਜੀ। ਹਾਂਜੀ, ਐਬਿਲਿਟੀ ਦਾ ਮੀਨਿੰਗ ਹੈਗਾ ਜੀ the mental or physical power or skill that makes it possible to do something। ਅਸੀਂ ਕੁਝ ਵੀ ਕਰਦੇ ਹਾਂ, ਕੋਈ ਵੀ ਸਾਡੇ 'ਚ ਟੈਲੈਂਟ ਹੁੰਦਾ ਹੈ ਤਾਂ ਉਹ ਸਾਡੀ ਇੱਕ ਐਬਿਲਿਟੀ ਹੁੰਦੀ ਹੈ, ਸਾਡੀ ਯੋਗਤਾ ਹੁੰਦੀ ਹੈ ਕਿ ਅਸੀਂ ਕੰਮ ਕਰ ਸਕਦੇ ਹਾਂ। ਨੈਕਸਟ ਸਲਾਈਡ ਕਰ ਦਿਓ ਜੀ। ਐਬਿਲਿਟੀ ਦੇ ਨਾਲ ਰਿਲੇਟਡ ਹੋਰ ਵੀ ਜਿਵੇਂ ਵਰਡਸ ਹੁੰਦੇ ਨੇ, ਏਬਲ, ਐਬਿਲਿਟੀ। ਨੈਕਸਟ ਸਲਾਈਡ ਕਰ ਦਿਓ ਜੀ। ਹਾਊ ਟੂ ਪ੍ਰੋਨਾਊਂਸ ਅਸੀਂ ਇਸ ਨੂੰ ਪ੍ਰੋਨਾਊਂਸ ਕਿਵੇਂ ਕਰਨਾ ਹੈ ਜੀ। ਇਸ ਦੀ ਪ੍ਰੋਨਾਊਂਸੀਏਸ਼ਨ ਹੈਗੀ ਹੈ ਜੀ ਐਬਿਲਿਟੀ। ਐਬਿਲਿਟੀ ਆਪ ਜੀ ਸਕਰੀਨ ਤੇ ਦੇਖ ਸਕਦੇ ਹੋ ਜੀ। ਇੱਕ ਵਰਡਸ ਦਾ ਪੇਅਰ ਬਣਾ ਕੇ ਦੱਸਿਆ ਹੋਇਆ ਹੈ ਜੀ ਕਿ ਅਸੀਂ ਐਬਿਲਿਟੀ ਨੂੰ ਕਿਵੇਂ ਪ੍ਰੋਨਾਊਂਸ ਕਰਨਾ ਹੈ। ਹੁਣ ਐਬਿਲਿਟੀ ਦੇ ਸੈਨੋਨੀਅਮਸ ਵੀ ਆਪਾਂ ਦੇਖ ਸਕਦੇ ਹਾਂ ਜੀ। ਕੈਪੇਬਿਲਿਟੀ, ਜਿਵੇਂ ਆਪ ਜੀ ਨੇ ਸਭ ਨੇ ਟੈਲੈਂਟ ਦੱਸਿਆ ਸੀ, ਸਕਿੱਲ ਦੱਸਿਆ ਸੀ, ਕੈਪੈਸਿਟੀ, ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਾਈਨੋਨੀਅਮਸ ਹੁੰਦੇ ਹਨ। ਨੈਕਸਟ ਸਲਾਈਡ ਕਰ ਦਿਓ ਜੀ। ਹਾਂਜੀ, ਹੁਣ ਐਂਟੋਨੀਅਮਸ ਬਾਰੇ ਆਪਾਂ ਦੇਖਦੇ ਹਾਂ ਕਿ ਜਿਵੇਂ ਐਂਟੋਨੀਅਮਸ, ਹਾਂਜੀ, ਡਿਸਐਬਿਲਿਟੀ, ਇਨਐਬਿਲਿਟੀ, ਇਨਕੈਪੇਬਿਲਿਟੀ।
ਤੇ ਹੋਰ ਆਪ ਜੀ ਸਭ ਦੇਖ ਲਓ ਜੀ, ਸਕਰੀਨਸ਼ॉट ਵੀ ਲੈ ਸਕਦੇ ਹੋ ਆਪ ਜੀ। ਟਾਈਮ ਥੋੜਾ ਹੈ ਜੀ, ਇਸ ਲਈ ਆਪਾਂ ਸਾਰੇ ਰੀਡ ਨਹੀਂ ਕਰ ਪਾਵਾਂਗੇ। ਨੈਕਸਟ ਸਲਾਈਡ ਕਰ ਦਿਓ ਜੀ। ਹਾਂਜੀ, ਹੁਣ ਇਸ ਦਾ ਆਪਾਂ ਸੈਂਟੈਂਸ ਵੀ ਐਬਿਲਿਟੀ ਵਰਡ ਯੂਜ਼ ਕਰਕੇ ਆਪਾਂ ਬਹੁਤ ਸਾਰੇ ਸੈਂਟੈਂਸਸ ਬਣਾ ਸਕਦੇ ਹਾਂ। ਜਿਵੇਂ ਕਿ ਆਪ ਜੀ ਸਕਰੀਨ ਤੇ ਦੇਖ ਸਕਦੇ ਹੋ ਜੀ, ਸ਼ੀ ਹੈਜ਼ ਦਾ ਐਬਿਲਿਟੀ ਟੂ ਬੀਟ ਮੀ, ਕਿ ਉਸਦੇ ਵਿੱਚ ਜਿਵੇਂ ਚੈਟ ਬਾਕਸ ਵਿੱਚ ਆਪ ਜੀ ਨੇ ਮੀਨਿੰਗ ਦੱਸਿਆ ਕਿ ਸ਼ਮਤਾ, ਹਨਾ, ਉਸਦੇ ਵਿੱਚ ਇਹ ਹੈ, ਉਸਦੇ ਵਿੱਚ ਇੰਨੀ ਕੁ ਸ਼ਮਤਾ ਹੈਗੀ ਹੈ ਕਿ ਉਹ ਮੈਨੂੰ ਮਾਰ ਸਕਦਾ ਹੈ, ਬੀਟ ਮੀ। ਨੈਕਸਟ ਸਲਾਈਡ ਕਰ ਦਿਓ ਜੀ। ਆਪ ਜੀ ਹੋਰ ਵੀ ਬਹੁਤ ਸਾਰੇ ਵਰਡਸ ਦੇ ਨਾਲ ਸੈਂਟੈਂਸਸ ਬਣਾ ਸਕਦੇ ਹੋ, ਮੈਂ ਇੱਥੇ ਇੱਕ ਹੀ ਸ਼ੋ ਕੀਤਾ ਹੈ ਜੀ। ਉਸ ਤੋਂ ਅੱਗੇ ਹੁਣ ਆਪ ਸਭ ਨੂੰ ਬੇਨਤੀ ਹੈ ਕਿ ਆਪ ਸਭ ਬਹੁਤ ਐਕਟਿਵਲੀ ਪਾਰਟਿਸਿਪੇਟ ਕਰਨਾ। ਮੈਂਟਲ ਐਬਿਲਿਟੀ ਹੁਣ ਆਪਾਂ ਸੈਸ਼ਨ ਲੈਣੇ ਆ ਜੀ। ਸਭ ਤੋਂ ਪਹਿਲਾਂ ਜਿਵੇਂ ਕਿ ਸਮਾਲ ਹੈ, ਇਹ ਤੁਸੀਂ ਆਪ ਜੀ ਨੇ ਖੁਦ ਦੇਖਣਾ ਹੈ ਕਿ ਇਹ ਕਿਸ ਅਕੋਰਡਿੰਗ ਇਹ ਕੁਐਸਚਨ ਬਣਾਇਆ ਗਿਆ ਹੈ, ਕਿ ਕਿਵੇਂ ਹੈ ਇਹ ਕੁਐਸਚਨ, ਤੁਸੀਂ ਆਪ ਸਭ ਨੇ ਸਮਝਣਾ ਹੈ। ਜਿਵੇਂ ਸਮਾਲ ਹੁੰਦਾ ਹੈ ਜੀ ਮਿਨਿਸਕਿਊਲ, ਤੇ ਟਾਲ ਦਾ ਕੀ ਹੋਏਗਾ ਜੀ, ਆਪ ਜੀ ਚੈਟ ਬਾਕਸ ਵਿੱਚ ਆਂਸਰ ਦੇ ਦਿਓ ਜੀ। ਹਾਂਜੀ ਬਿਲਕੁਲ ਰਾਈਟ ਜੀ, ਬੀ ਆਪਸ਼ਨ ਹੈ ਜੀ ਰਾਈਟ। ਨੈਕਸਟ ਸਲਾਈਡ ਕਰ ਦਿਓ ਜੀ। ਨਹੀਂ ਜੀ, ਇਹ ਆਂਸਰ ਨਹੀਂ ਹੈਗਾ। ਆਪ ਜੀ ਇਸ ਸਭ ਦੇ ਮੀਨਿੰਗ ਵੀ ਦੇਖ ਸਕਦੇ ਹੋ। ਬੀ ਆਪਸ਼ਨ ਹਿਊਜ, ਹਿਊਜ ਦਾ ਮੀਨਿੰਗ ਹੈਗਾ ਜੀ ਵੈਰੀ ਬਿਗ ਇਨ ਸਾਈਜ਼, ਤੇ ਟਾਲ ਦਾ ਮੀਨਿੰਗ ਵੀ ਵੱਡਾ ਜਾਂ ਲੰਮਾ ਆਪਾਂ ਕਹਿ ਸਕਦੇ ਹਾਂ, ਇਹ ਹੁੰਦਾ ਹੈ ਜੀ। ਇਹ ਆਪਸ਼ਨ ਰੋਂਗ ਹੈ ਜੀ, ਇਸ ਦਾ ਕਰੈਕਟ ਆਂਸਰ ਹੈ ਜੀ ਬੀ। ਇੱਕ ਸੀਕੁਐਂਸ ਹੈਗਾ ਜੀ, ਆਪ ਜੀ ਇਸ ਨੂੰ ਸਮਝਣਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਕੁਝ ਵਰਡਸ ਦਿੱਤੇ ਗਏ ਨੇ ਲੈਟਰਸ ਤੇ ਦੈਨ ਐਪਲ ਵੀ ਰੀਡ ਕਰ ਸਕਦੇ ਹੋ ਤੁਸੀਂ, ਤੇ ਉਸ ਐਪਲ ਹੈ ਜਿਹੜਾ ਉਹ BQQMF ਦੇ ਬਰਾਬਰ ਹੈ ਇਜ਼ ਇਕੁਅਲ ਟੂ, ਤੇ ਦੈਨ ਅੱਗੇ ਮਾਊਸ ਤੁਸੀਂ ਕਹਿ ਸਕਦੇ ਹੋ, ਮਾਊਸ ਕਿਸ ਦੇ ਬਰਾਬਰ ਹੋਏਗਾ ਜੀ। ਇੱਕ ਸੀਕੁਐਂਸ ਹੈਗਾ ਜੀ ਜੋ ਆਪ ਜੀ ਨੇ ਸਮਝਣਾ ਹੈ, ਦੈਨ ਆਪ ਜੀ ਆंसर ਕਰਨਾ ਜੀ। ਹਾਂਜੀ ਬਹੁਤ ਸਾਰੇ ਆंसर ਆ ਰਹੇ ਨੇ ਜੀ, A B, हाँ C नहीं है जी, नहीं जी C नहीं है। हाँ जी, इसका ਕਰੈਕਟ ਆਂਸਰ ਹੈਗਾ ਜੀ B। ਆਪਾਂ ਦੇਖਦੇ ਹਾਂ ਕਿ ਇਹ B ਆਂਸਰ ਕਿਸ ਤਰ੍ਹਾਂ ਆਉਂਦਾ ਹੈ ਜੀ। ਨੈਕਸਟ ਸਲਾਈਡ ਕਰ ਦਿਓ ਜੀ। ਦੇਖੋ ਜੀ, ਆਪ ਸਭ ਦੇਖ ਰਹੇ ਹੋ ਕਿ ਜਿਵੇਂ A ਤੋਂ ਬਾਅਦ B ਆਂਦਾ ਹੈ ਤਾਂ ਆਪਾਂ ਫਸਟ ਲੈਟਰ B ਲਿਖਾਂਗੇ, ਦੈਨ P ਤੋਂ ਬਾਅਦ Q ਆਂਦਾ ਹੈ, ਫਿਰ P ਤੋਂ ਬਾਅਦ Q ਆਂਦਾ ਹੈ, ਤੇ L ਤੋਂ ਬਾਅਦ M ਆਂਦਾ ਹੈ, E ਤੋਂ ਬਾਅਦ F ਆਂਦਾ ਹੈ। ਇਸ ਤਰ੍ਹਾਂ ਇੱਕ ਸੀਕੁਐਂਸ ਬਣ ਗਿਆ। ਜਿਵੇਂ ਇਸ ਤਰ੍ਹਾਂ ਇਹ ਸੋਲਵ ਕੀਤਾ ਗਿਆ ਹੈ, ਉਸੇ ਤਰ੍ਹਾਂ ਆਪਾਂ ਮਾਊਸ ਹੈਗਾ ਜੋ M ਤੋਂ ਬਾਅਦ N, O ਤੋਂ ਬਾਅਦ P, U ਤੋਂ ਬਾਅਦ ਨੈਕਸਟ ਲੈਟਰ ਆਂਦਾ ਹੈ V, S ਤੋਂ ਬਾਅਦ T, E ਤੋਂ ਬਾਅਦ F। ਇਸ ਤਰ੍ਹਾਂ ਇੱਕ ਸੀਕੁਐਂਸ ਬਣਾਇਆ ਗਿਆ ਹੈ ਜੀ। ਨੈਕਸਟ ਸਲਾਈਡ ਕਰ ਦਿਓ ਜੀ। ਨੈਕਸਟ ਕੁਐਸਚਨ ਦੇਖਦੇ ਹਾਂ। ਦੈਨ ਇਹ ਵੀ ਆਪ ਜੀ ਨੇ ਦੇਖਣਾ ਹੈ ਕਿ ਇਹ ਕੀ ਹੈ ਜੀ। ਜਿਵੇਂ ਕਵਰ ਹੁੰਦਾ ਹੈ ਜੀ ਕਨਸੀਲ, ਤੇ ਸਟਾਪ ਦਾ ਕੀ ਆਏਗਾ ਜੀ। ਹਾਂਜੀ ਹਾਰਡ, ਬਿਲਕੁਲ ਰਾਈਟ ਜੀ, C ਆਪਸ਼ਨ ਆਏਗਾ ਜੀ, ਬਿਲਕੁਲ ਰਾਈਟ ਹੈ ਜੀ। ਹਾਂਜੀ ਆਪ ਜੀ ਹਾਰਡ ਦਾ ਮੀਨਿੰਗ ਦੇਖ ਸਕਦੇ ਹੋ ਜੀ, ਟੈਂਪਰੇਰੀ ਸਟਾਪ। ਆਪ ਸਭ ਬਾਕੀਆਂ ਦੇ ਮੀਨਿੰਗ ਸਕਰੀਨਸ਼ਾਟ ਲੈ ਲਓ, ਆਪ ਜੀ ਬਾਅਦ ਵਿੱਚ ਖੁਦ ਰੀਡ ਕਰ ਲੈਣਾ। ਸੋ ਇਹ ਸਿਨੋਨਿਮਸ ਹੈਗੇ ਨੇ। ਹੁਣ ਆਪ ਜੀ ਨੇ ਇਹ ਦੇਖਣਾ ਹੈ ਜੀ ਕਿ ਇਸ ਦਾ ਇਹ ਵੀ ਇੱਕ ਅੰਡਰਸਟੈਂਡਿੰਗ ਕਰਨਾ ਹੈ ਜੀ। ਤੁਸੀਂ ਅੰਡਰਸਟੈਂਡ ਕਰਨਾ ਹੈ ਸਭ ਤੋਂ ਪਹਿਲਾਂ ਕਿ ਜਿਵੇਂ ਅਸੀਂ ਪਹਿਲਾਂ ਆਪ ਜੀ ਆਂਸਰ ਦਿਓ ਜੀ, ਫਿਰ ਜੇ ਕਿਉਂਕਿ ਕੁਝ ਬੱਚਿਆਂ ਦਾ ਆਂਸਰ ਸਹੀ ਵੀ ਹੋ ਸਕਦਾ ਹੈ, ਤੇ ਦੇਖਦੇ ਹਾਂ ਕਿ ਕਿਸ ਦਾ ਸਹੀ ਹੁੰਦਾ ਹੈ ਜੀ। ਆਪ ਜੀ ਪਹਿਲਾਂ ਆਂਸਰ ਦਿਓ, ਫਿਰ ਦੱਸਦੇ ਹਾਂ ਕਿ ਇਹ ਆਂਸਰ ਕਿਸ ਤਰ੍ਹਾਂ ਆਇਆ ਹੈ। ਹਾਂਜੀ ਬਿਲਕੁਲ ਰਾਈਟ ਜੀ, C ਨਹੀਂ ਹੈ ਜੀ, B ਵੀ ਨਹੀਂ ਹੈ ਜੀ, ਕੁਝ ਬੱਚਿਆਂ ਦਾ B ਔਰ C ਆ ਰਿਹਾ ਹੈ। ਇਹ ਆਂਸਰ ਰਾਈਟ ਹੈ ਜੀ, ਮੀਟਰ ਆਏਗਾ ਇਸਦਾ। ਜਿਵੇਂ ਅਸੀਂ ਕੈਮਿਸਟਰੀ ਔਰ ਫਿਜ਼ਿਕਸ ਦੇ ਵਿੱਚ ਪੜ੍ਹਦੇ ਹਾਂ, ਅਸੀਂ ਸਭ ਨੇ ਸਾਇੰਸ ਪੜ੍ਹਦੇ ਹਾਂ, ਉਸਦੇ ਵਿੱਚ ਹੁੰਦਾ ਹੀ ਹੈ। SI ਬੇਸ ਯੂਨਿਟਸ ਪੜ੍ਹਦੇ ਹਾਂ ਆਪਾਂ, ਆਪ ਜੀ ਸਕਰੀਨ ਤੇ ਦੇਖ ਸਕਦੇ ਹੋ। SI ਬੇਸ ਯੂਨਿਟਸ ਪੜ੍ਹਦੇ ਹਾਂ ਆਪਾਂ ਕੈਮਿਸਟਰੀ ਜਾਂ ਫਿਜ਼ਿਕਸ ਦੇ ਵਿੱਚ ਹੁੰਦੇ ਨੇ, ਤੇ ਉਸ ਵਿੱਚ ਯੂਨਿਟਸ ਦਿੱਤੀਆਂ ਹੁੰਦੀਆਂ ਨੇ, ਕੁਆਂਟੀਟੀ ਦਿੱਤੀ ਹੁੰਦੀ ਹੈ, ਤੇ ਸਿੰਬਲ ਵੀ ਦਿੱਤੇ ਹੁੰਦੇ। ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਲੈਂਥ ਦੀ ਬੇਸ ਯੂਨਿਟ ਹੁੰਦੀ ਹੈ ਮੀਟਰ, ਮਾਸ ਦੀ ਕਿਲੋਗ੍ਰਾਮ, ਟਾਈਮ ਦੀ ਸੈਕਿੰਡ,
ਤੇ ਹੋਰ ਵੀ ਬਹੁਤ ਸਾਰੇ ਹੈਗੇ ਨੇ। ਤੇ ਸੋ ਆਪ ਜੀ ਇਸ ਦਾ ਕਰੈਕਟ ਆਂਸਰ ਇਸ ਤਰ੍ਹਾਂ ਬਣਦਾ ਹੈ ਕਿ ਜਿਵੇਂ ਮਾਸ ਨੂੰ SI ਬੇਸ ਯੂਨਿਟਸ ਦੇ ਵਿੱਚ ਕਿਲੋਗ੍ਰਾਮ ਕਿਹਾ ਜਾਂਦਾ ਹੈ ਤੇ ਲੈਂਥ ਨੂੰ ਮੀਟਰ ਕਿਹਾ ਜਾਂਦਾ ਹੈ ਜੀ। ਨੈਕਸਟ ਸਲਾਈਡ ਕਰ ਦਿਓ ਜੀ। ਇਹ ਬਿਲਕੁਲ ਈਜ਼ੀ ਹੈ ਜੀ, ਆਪ ਸਭ ਦੇਖਦੇ ਹੋ। ਜਿਵੇਂ ਗ੍ਰੀਨ ਦਾ ਹੁੰਦਾ ਹੈ ਜੀ ਗੋ, ਤੇ ਰੈਡ ਦਾ ਕੀ ਹੋਏਗਾ ਜੀ? ਇਹ ਬਹੁਤ ਈਜ਼ੀ ਹੈ ਜੀ, ਛੋਟੇ ਬੱਚਿਆਂ ਨੂੰ ਵੀ ਹੁੰਦਾ ਹੈ, ਪਤਾ ਹੁੰਦਾ ਹੈ ਜੀ। ਹਾਂਜੀ ਬਿਲਕੁਲ ਰਾਈਟ ਜੀ, ਬੀ ਆਪਸ਼ਨ ਸਟਾਪ। ਆਪ ਜੀ ਰੋਡ ਤੇ ਦੇਖਦੇ ਹੋ ਕਿ ਟ੍ਰੈਫਿਕ ਲਾਈਟਸ ਹੁੰਦੀਆਂ ਨੇ, ਤੇ ਉਸ ਰੈਡ ਦਾ ਮੀਨਿੰਗ ਹੁੰਦਾ ਹੈ ਜੀ ਸਟਾਪ, ਤੇ ਯੈਲੋ ਲਾਈਟ ਆਂਦੀ ਹੈ ਤਾਂ ਆਪਾਂ ਵੇਟ ਕਰਦੇ ਹਾਂ, ਗ੍ਰੀਨ ਆਂਦੀ ਹੈ ਤਾਂ ਆਪਾਂ ਚੱਲਦੇ ਹਾਂ। ਸੋ ਇੱਥੇ ਰੈਡ ਦਾ ਆਏਗਾ ਜੀ ਸਟਾਪ, ਤੇ ਗ੍ਰੀਨ ਦਾ ਜਿਵੇਂ ਗੋ ਹੁੰਦਾ ਹੈ, ਤੇ ਯੈਲੋ ਦਾ ਵੇਟ ਹੁੰਦਾ ਹੈ ਜੀ। ਹਾਂਜੀ, ਅਰੇਂਜ ਦਾ ਬਿਲੋ ਵਰਡਸ ਐਂਡ ਮੇਕ ਮੀਨਿੰਗਫੁਲ ਸੀਕੁਐਂਸ। ਆਪ ਜੀ ਨੇ ਨੀਚੇ वर्ड्स ਦਿੱਤੇ ਗਏ ਨੇ, ਜੋ ਵੀ ਆਪ ਜੀ ਪੁਲਿਸ, ਜਜਮੈਂਟ, ਕ੍ਰਾइम, जज, ਪਨਿਸ਼ਮੈਂਟ। ਆਪ ਜੀ ਨੇ ਜਸਟ ਪੂਰਾ वर्ड्स ਪੂਰੇ ਡਿਜਿਟ ਦੱਸਣ ਦੀ ਲੋੜ ਨਹੀਂ ਹੈ। ਆਪ ਜੀ ਜਸਟ ਆਪਸ਼ਨ ਦੱਸ ਦਿਓ A, B ਜਾਂ C और D। ਇੱਕ ਆਪ ਜੀ ਨੇ ਸਹੀ ਕਰੈਕਟ ਸੀਕੁਐਂਸ ਬਣਾਉਣਾ ਹੈ ਜੀ ਕਿ ਕਿਸ ਤਰ੍ਹਾਂ ਬਣੇਗਾ। ਹਾਂਜੀ ਵਾਹਿਗੁਰੂ ਜੀ, ਬਹੁਤ ਸਾਰੇ ਬੱਚਿਆਂ ਦਾ ਸਹੀ ਆਂਸਰ ਆ ਰਿਹਾ ਜੀ। ਇਸ ਦਾ ਆਂਸਰ ਹੈਗਾ ਜੀ D। ਹੁਣ ਆਪਾਂ ਦੇਖਦੇ ਹਾਂ ਜੀ ਇਹ D ਜਿਹੜਾ ਹੈ ਕਿਸ ਤਰ੍ਹਾਂ ਇਹ ਸਹੀ ਸੀਕੁਐਂਸ ਕਿਵੇਂ ਬਣਦਾ ਹੈ। ਹਾਂਜੀ ਐਕਸਪਲੇਨੇਸ਼ਨ ਹੈਗੀ ਹੈ ਜੀ ਇਹਦੀ। ਸਭ ਤੋਂ ਪਹਿਲਾਂ 3 ਆਏਗਾ, 3 ਨੰਬਰ ਤੇ ਕ੍ਰਾइम ਹੈ। ਸਭ ਤੋਂ ਪਹਿਲਾਂ ਕ੍ਰਾइम ਹੁੰਦਾ ਹੈ, ਦੈਨ ਪੁਲਿਸ, ਫਿਰ ਜੱਜ, ਫਿਰ ਜਜਮੈਂਟ, ਫਿਰ ਪਨਿਸ਼ਮੈਂਟ ਹੁੰਦੀ ਹੈ ਜੀ। ਇਹ ਵੀ ਬਹੁਤ ਈਜ਼ੀ ਹੈਗਾ ਜੀ। ਹਾਂਜੀ, ਵਿਚ ਵਨ ਇਜ਼ ਦਾ ਫੋਲੋਇੰਗ is always found in heroism। ਤੇ ਇਹ ਆਪ ਜੀ ਨੇ ਦੇਖਣਾ ਹੈ ਕਿ ਇਹ ਕਿਸ ਤਰ੍ਹਾਂ ਕੀਤਾ ਹੋਇਆ ਹੈ ਜੀ। ਇਸ ਦਾ ਆਂਸਰ, ਕਰੈਕਟ ਆਂਸਰ ਇਹਦਾ ਕੀ ਆਏਗਾ? ਹਾਂਜੀ ਡੀ ਜੀ, ਇਸ ਦਾ ਕਰੈਕਟ ਆਂਸਰ ਹੈਗਾ ਜੀ ਡੀ, ਕਰੇਜ। ਜਿਵੇਂ ਨੈਕਸਟ ਸਲਾਈਡ ਕਰ ਦਿਓ ਜੀ। ਜਿਵੇਂ ਆਪਾਂ ਦੇਖਦੇ ਹਾਂ ਕਿ ਹੀਰੋਇਜ਼ਮ ਜਿਹੜਾ ਹੈਗਾ, ਇਹ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਇਸ ਦਾ ਮੀਨਿੰਗ ਆਪਾਂ ਜੇ ਦੇਖੀਏ ਤਾਂ ਇਸ ਦਾ ਮੀਨਿੰਗ ਹੈ ਜੀ ਗ੍ਰੇਟ ਬਰੇਵਰੀ, ਬਹਾਦਰੀ। ਤਾਂ ਇਸ ਦਾ ਸਿਨੋਨੀਮਸ ਇਹੀ ਹੈਗਾ ਜੀ ਕਰੇਜ। ਇਹ ਵੀ ਸਿਨੋਨੀਮ ਵਰਡ ਸੀਗਾ ਇਸ ਦਾ। ਨੈਕਸਟ ਸਲਾਈਡ ਕਰ ਦਿਓ ਜੀ। ਹਾਂਜੀ ਵਾਹਿਗੁਰੂ, ਨੈਕਸਟ ਹੈਗਾ ਜੀ ਕਿ ਇਹ ਵੀ ਇੱਕ ਆਪ ਜੀ ਨੇ ਥੋੜਾ ਪਜ਼ਲ ਵਾਲਾ ਹੈਗਾ ਬਟ ਈਜ਼ੀ ਹੈ। B, T, R, X, S and Z are sitting in a row। B, T, R, X, S and Z ਜਿਹੜਾ ਇੱਕ ਲਾਈਨ ਵਿੱਚ ਬੈਠੇ ਹੋਏ ਨੇ। C and Z are in a center। ਜੋ C ਤੇ Z ਹਨ ਉਹ ਸੈਂਟਰ ਵਿੱਚ ਬੈਠੇ ਨੇ, ਤੇ B and T are the at the ends। ਤੇ ਜਿਹੜੇ B ਔਰ T ਨੇ ਉਹ ends ਦੇ ਵਿੱਚ ਬੈਠੇ ਨੇ। R in sitting in the left of B। ਜਿਹੜਾ R ਹੈਗਾ ਉਹ B ਦੇ ਲੈਫਟ ਬੈਠਾ ਹੋਇਆ। ਤੇ ਜਿਹੜਾ ਹੁਣ ਆਪਾਂ ਇਹ ਦੇਖਣਾ ਕਿ T ਦੇ ਰਾਈਟ ਸਾਈਡ ਕੀ ਹੈ। ਆਪ ਜੀ ਆਪਸ਼ਨਸ ਵੀ ਦੱਸ ਸਕਦੇ ਹੋ ਜਾਂ ਫਿਰ ਆਪ ਜੀ ਆਪਸ਼ਨਸ ਨਾ ਦੱਸਣਾ ਜੀ, ਕਿਉਂਕਿ ਇਸ ਦੇ ਵਿੱਚ ਕਨਫਿਊਜ਼ਨ ਹੋ ਸਕਦੀ ਹੈ ਕਿ ਆਪ ਜੀ ਆਪਸ਼ਨ B ਦੱਸ ਰਹੇ ਹੋ ਜਾਂ ਲੈਟਰ B ਦੱਸ ਰਹੇ ਹੋ। ਹਾਂਜੀ X ਜੀ ਬਿਲਕੁਲ ਰਾਈਟ ਜੀ। ਆਪ ਜੀ ਆਪਣੀ ਨੋਟਬੁੱਕ ਤੇ, ਨਹੀਂ ਜੀ ਇਹ ਆंसर ਨਹੀਂ, ਇਹ ਆਪਸ਼ਨ नहीं है, B नहीं आएगा। B ਤਾਂ ऑलरेडी B और T ऑलरेडी S और Z ਤੋਂ ਬਾਅਦ ਮਤਲਬ ਕਿ ਐਂਡ ਵਿੱਚ ਬੈਠੇ ਹੋਏ ਨੇ। ਆਪਾਂ T ਦੇ ਰਾਈਟ ਸਾਈਡ ਦੇਖਣਾ ਜੀ ਕੀ ਹੈ। S ਵੀ ਨਹੀਂ ਹੈ ਜੀ, ਇਸ ਦਾ ਰਾਈਟ ਆंसर ਹੈ ਜੀ X। ਨੈਕਸਟ ਸਲਾਈਡ ਕਰ ਦਿਓ ਜੀ। ਆਪ ਜੀ ਆਪਣੀ ਨੋਟਬੁੱਕ ਤੇ ਲਿਖ ਕੇ ਤੁਸੀਂ ਦੇਖ ਸਕਦੇ ਹੋ ਜੀ। ਜਿਵੇਂ ਆਪਾਂ ਦੇਖਿਆ ਸੀ ਕਿ S ਔਰ Z ਸੈਂਟਰ ਵਿੱਚ, R ਔਰ B ਜਿਹੜੇ ਨੇ ਲਾਸਟ ਤੇ ਬੈਠ ਗਏ ਨੇ ਐਂਡ ਤੇ, ਔਰ T ਦੇ ਰਾਈਟ ਸਾਈਡ ਫਿਰ ਕੌਣ ਹੋਏਗਾ? X ਹੀ ਹੋਏਗਾ। ਸੋ that right of T is X। ਨੈਕਸਟ ਕੁਐਸਚਨ ਹੈਗਾ ਜੀ, hill is related to mountain in the same way tank is related to। ਜਿਸ ਤਰ੍ਹਾਂ hill ਹੈ ਉਹ ਮਾਊਂਟੇਨ ਨਾਲ ਰਿਲੇਟ ਕਰਦੀ ਹੈ, ਰਿਲੇਟਡ ਵਰਡ ਹੈਗੇ ਨੇ। ਤੇ ਆਪ ਜੀ ਟੈਂਕ ਦਾ ਦੱਸੋ ਜੀ ਕੀ ਆਏਗਾ ਜੀ। ਆਪ ਜੀ ਆਪਸ਼ਨ ਦੱਸ ਦਿਓ ਜੀ। ਨਹੀਂ ਜੀ D ਨਹੀਂ ਹੈ ਜੀ, C ਵੀ ਨਹੀਂ ਹੈ। ਹਾਂਜੀ ਦਾ ਰਾਈਟ ਆंसर ਹੈਗਾ ਜੀ A, ਰਿਵਰ ਜੀ। ਨੈਕਸਟ ਆंसर, ਨੈਕਸਟ ਸਲਾਈਡ ਕਰ ਦਿਓ ਜੀ। ਹਾਂਜੀ ਇਸ ਦਾ ਰਾਈਟ ਆंसर A ਆਪਸ਼ਨ ਹੈ ਰਿਵਰ। ਜਿਸ ਤਰ੍ਹਾਂ ਆਪਾਂ ਮਾਊਂਟੇਨ
ਨੂੰ ਹਿਲ ਵੀ ਕਹਿ ਦਿੰਦੇ ਆ। ਸਿਮਿਲਰਲੀ ਟੈਂਕ ਨੂੰ ਆਪਾਂ ਜਿਹੜਾ ਹੈ ਰਿਵਰ ਵੀ ਕਹਿ ਦਿੰਦੇ ਆ। ਨੈਕਸਟ ਸਲਾਈਡ ਕਰ ਦਿਓ ਜੀ। ਨੈਕਸਟ ਕੁਐਸਚਨ ਦੇਖਦੇ ਹਾਂ ਜੀ। ਇਹ ਵੀ ਬਹੁਤ ਈਜ਼ੀ ਕੁਐਸਚਨ ਹੈ ਜੀ। ਆਪ ਜੀ ਦੇਖੋ ਜੀ, ਮਲਟੀਪਲਾਈ करना है। ओके जी, मिस्टेक नाल जेड़ा आंसर स्लाइड पहला आ गई है जी, माफ करना। ते आप जिसका आंसर आप सबको पता लग गया। वैसे इसका आप दस देने एक्सप्लेन कर देने कि 25 किस नु मल्टीप्लाई करके 25 आंदा है। ਆਪਾਂ 5 ਨੂੰ 5 ਨਾਲ ਮਲਟੀਪਲਾਈ ਕਰਦੇ ਹਾਂ ਤਾਂ 25 ਸਾਡਾ ਆਨਸਰ ਆਂਦਾ ਹੈ। ਇਸ ਲਈ ਸਾਡਾ A ਆਪਸ਼ਨ ਹੈ ਜੋ 5 ਉਹ ਕਰੈਕਟ ਆਨਸਰ ਹੈ ਜੀ। 5 × 25। हाँ जी, हुण आप जी इस ते आप जी थोड़ा ध्यान देना कि अनिल है एक और रोहित, एक अनिल है और एक रोहित है। एज द सन ऑफ अनिल जेड़ा है सन ऑफ ओनली ब्रदर ऑफ हिज फादर्स वाइफ। अनिल जो है और रोहित अपने फादर दी वाइफ, जो रोहित हैगा वो अनिल दा की लगदा है। इत्थे आपां ए देखना है कि अनिल दा रोहित जो है दो बॉयज ने। देखो सपोज करो कि दो बॉयज हैगे ने कि ਆਪਾਂ ਇਹ ਦੇਖਣਾ ਹੈ ਕਿ ਅਨਿਲ ਜਿਹੜਾ ਹੈ ਰੋਹਿਤ ਦਾ ਕੀ ਲੱਗਦਾ ਹੈ ਰਿਲੇਟਿਵਸ ਦੇ ਵਿੱਚੋਂ। ਤਾਂ ਅਨਿਲ ਜਿਹੜਾ ਦੱਸਦਾ ਹੈ ਕਿ ਉਹ ਆਪਣੇ ਓਨਲੀ ਬ੍ਰਦਰ ਆਫ ਫਾਦਰਸ ਵਾਈਫ, ਕਿ ਉਹ ਆਪਣੇ ਪਾਪਾ ਦੀ ਵਾਈਫ ਦਾ ਬ੍ਰਦਰ ਦਾ ਮੁੰਡਾ ਹੈ ਰੋਹਿਤ। ਤੇ ਉਸਦਾ ਕੀ ਲੱਗੇਗਾ ਜੀ? ਹਾਂਜੀ, E ਆਪਸ਼ਨ ਆ ਰਿਹਾ। E ਵੈਸੇ ਬ੍ਰਦਰ ਆਪਾਂ ਬ੍ਰਦਰ ਮੰਨਦੇ ਹਾਂ, ਬਟ ਆਪਾਂ ਦੇਖਦੇ ਹਾਂ ਕਿ ਜੋ ਕਜ਼ਨ ਹੀ, ਹਾਂਜੀ ਕਜ਼ਨ ਕਿਹਾ ਜਾਂਦਾ ਹੈ ਜੀ। A ਆਪਸ਼ਨ ਰਾਈਟ ਹੈ ਜੀ। ਨਹੀਂ ਜੀ, B ਵੀ ਨਹੀਂ ਹੈ, D ਵੀ ਨਹੀਂ ਹੈ, A ਆਪਸ਼ਨ ਰਾਈਟ ਹੈ ਜੀ। ਇਸ ਦੀ ਐਕਸਪਲੇਨੇਸ਼ਨ ਹੈਗੀ ਹੈ ਕਿ the relations may be analyzed as follows। ਇਹ ਇਸ ਤਰ੍ਹਾਂ ਐਨਾਲਾਈਜ਼ ਕਰੋ ਜੀ ਕਿ ਜਿਹੜੀ ਫਾਦਰਸ ਦੀ ਵਾਈਫ ਹੈ, ਅਨਿਲ ਦੇ ਫਾਦਰ ਦੀ ਵਾਈਫ ਹੈ, ਉਸਦੀ ਮਦਰ ਹੋਏਗੀ ਹਨਾ। ਮਦਰਸ ਦੇ ਬ੍ਰਦਰ ਹਨ ਜੋ ਉਸਦੇ ਅੰਕਲ ਹੋਣਗੇ, ਤੇ ਅੰਕਲ ਦੇ ਜੋ ਸਨ ਹੋਣਗੇ ਉਹ ਆਪ ਸਭ ਨੂੰ ਪਤਾ ਹੈ ਕਿ ਕਜ਼ਨ ਹੋਣਗੇ। ਸੋ ਰੋਹਿਤ ਇਜ਼ ਅਨਿਲਸ ਕਜ਼ਨ। ਦ ਆਂਸਰ ਇਜ਼ A। ਨੈਕਸਟ ਸਲਾਈਡ ਕਰ ਦਿਓ ਜੀ। ਉਸ ਤੋਂ ਬਾਅਦ ਆਪ ਜੀ ਪਿਕਚਰ ਸਾਈਡ ਤੇ ਦੇਖ ਸਕਦੇ ਹੋ। ਆਪ ਜੀ ਇਮੇਜ ਕਰ ਸਕਦੇ ਹੋ ਕਿ ਸਪੋਜ਼ ਕਰੋ ਕਿ ਇੱਕ ਮੈਨ ਹੈਗਾ pointing out the photograph। a man tells his friend, अपने friend ਨੂੰ ਕਹਿ ਰਿਹਾ ਕਿ ਜੋ ਫੋਟੋਗ੍ਰਾਫ ਤੇ girl ਹੈ, she is the daughter of the only son of my father's wife। ਕਿ ਇਹ ਜੋ daughter ਲੜਕੀ ਹੈਗੀ ਹੈ ਫੋਟੋਗ੍ਰਾਫ ਤੇ, ਉਹ ਡਾਟਰ ਹੈ ਮੇਰੇ ਪਾਪਾ ਦੇ ਵਾਈਫ ਦੀ ਬੇਟੇ ਦੀ। ਸੋ ਹਾਊ ਇਜ਼ the girl in the photograph related to the man। ਤਾਂ ਜੋ ਗਰਲ ਹੈ ਜੀ ਕੀ ਲੱਗੇਗੀ ਜੀ? ਜੋ ਮੈਨ ਹੈ, ਜੋ ਦੱਸ ਰਿਹਾ ਮੈਨ, ਉਸਦੀ ਗਰਲ ਕੀ ਲੱਗੇਗੀ ਜੀ? ਨਹੀਂ ਜੀ, D ਆਪਸ਼ਨ ਨਹੀਂ ਹੈ ਜੀ। A ਆਪਸ਼ਨ ਵੀ ਨਹੀਂ ਹੈ ਜੀ। ਨਹੀਂ ਜੀ, ਹਾਂਜੀ ਰਾਈਟ ਜੀ, C ਆਪਸ਼ਨ ਹੈਗਾ ਜੀ। ਕੁਝ ਬੱਚਿਆਂ ਦੇ C ਆਪਸ਼ਨ ਰਾਈਟ ਆਂਸਰ ਆਇਆ ਜੀ। C ਆਪਸ਼ਨ ਹੈਗਾ ਜੀ ਕਿ ਉਸਦੀ ਡਾਟਰ ਹੀ ਲੱਗੇਗੀ ਜੀ। ਹੁਣ ਆਪਾਂ ਐਕਸਪਲੇਨ ਕਰ ਲੈਨੇ ਆ। ਸਪੋਜ਼ ਕਰੋ ਕਿ ਜੋ ਮੈਨ ਬੋਲ ਰਿਹਾ ਕਿ ਉਹ ਫਾਦਰਸ ਦੀ ਵਾਈਫ, ਮਤਲਬ ਕਿ ਉਸਦੇ ਪਾਪਾ ਦੀ ਵਾਈਫ ਉਸਦੀ ਮਦਰ ਹੋਏਗੀ, ਤੇ ਉਹ ਮਦਰ ਦਾ ਓਨਲੀ ਸਨ ਹੈ, ਜੋ ਉਹ ਖੁਦ ਹੈ, ਉਹ ਓਨਲੀ ਸਨ ਉਹ ਖੁਦ ਹੈ, ਤੇ ਉਸਦੀ ਜਿਹੜੇ ਉਹ ਫਿਰ ਖੁਦ ਉਸਦੀ ਬੇਟੀ ਹੈਗੀ ਹੈ, ਤੇ ਉਹ ਖੁਦ ਜਿਹੜਾ ਉਸਦੇ ਪਾਪਾ ਲੱਗਣਗੇ ਉਹਨਾਂ ਦੇ ਮੈਨ ਨਾਲ ਕੀ ਰਿਲੇਟ ਕਰਦੀ ਹੈਗੀ ਹੈ? ਉਹ ਗਰਲ ਹੈ ਜਿਹੜੀ। ਸੋ ਦਾ ਗਰਲ ਇਜ਼ ਮੈਨਸ ਡਾਟਰ। ਉਹ ਗਰਲ ਹੈ ਜੋ ਉਹ ਮੈਨ, ਉਸ ਬੰਦੇ ਦੀ ਹੀ, ਉਸ ਮੈਨ ਦੀ ਹੀ ਡਾਟਰ ਹੈਗੀ ਹੈ, ਕਿਉਂਕਿ ਫਾਦਰਸ ਦੀ ਵਾਈਫ ਹੈ ਜੋ ਉਹ ਮਦਰ ਹੋਏਗੀ, ਤੇ ਮਦਰ ਦਾ ਸਿਰਫ ਓਨਲੀ ਸਨ ਹੈ, ਉਹ ਖੁਦ ਹੈ, ਤੇ ਉਹ ਫਿਰ ਜਿਹੜੀ ਗਰਲ ਹੈ ਉਸਦੀ ਡਾਟਰ ਹੋਏਗੀ। ਸੋ ਰਾਈਟ ਆਂਸਰ ਇਜ਼ ਦ C। ਨੈਕਸਟ ਸਲਾਈਡ ਕਰ ਦਿਓ ਜੀ। ਹਾਂਜੀ ਵਾਹਿਗੁਰੂ ਜੀ, ਥੈਂਕਸ ਫॉर ਕਿ ਆਪ ਜੀ ਨੇ ਇੰਨਾ ਐਕਟਿਵਲੀ ਪਾਰਟਿਸਿਪੇਟ ਕੀਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਨੇ ਮੈਂਟਲ ਐਬਿਲਿਟੀ ਦੇ ਨਾਲ ਰਿਲੇਟਡ ਕੁਐਸਚਨ ਪੁੱਟ ਕੀਤੇ ਤੇ ਸਾਰਿਆਂ ਨੇ ਬਹੁਤ ਵਧੀਆ ਪਾਰਟਿਸਿਪੇਟ ਕੀਤਾ। ਸੋ ਹੁਣ ਟਾਈਮ ਜ਼ਿਆਦਾ ਹੋਣ ਕਰਕੇ ਆਪਾਂ ਹੈਂਡ ਰੇਜ਼ ਨਹੀਂ ਲੈ ਪਾਵਾਂਗੇ। ਸੋ ਜਿਨ੍ਹਾਂ ਬੱਚਿਆਂ ਦੇ ਵੀ ਕੁਐਸਚਨਸ ਨੇ ਇਹਨਾਂ ਟੌਪਿਕ ਦੇ ਨਾਲ ਰਿਲੇਟਡ, ਉਹ WhatsApp ਨੰਬਰ ਤੁਹਾਨੂੰ ਦਿੱਤਾ ਜਾਂਦਾ ਜੋ ਉਹਦੇ ਤੇ ਸੈਂਡ ਕਰ ਸਕਦੇ ਹੋ ਰਿਟਨ ਦੇ ਵਿੱਚ। ਉਹਨਾਂ ਦੇ ਆਨਸਰ ਤੁਹਾਨੂੰ ਜ਼ਰੂਰ ਦਿੱਤੇ ਜਾਣਗੇ ਜੀ। ਸੋ ਇਸੇ ਦੇ ਨਾਲ ਅਸੀਂ ਕੈਂਪ ਦੀ ਸਮਾਪਤੀ ਕਰਦੇ ਹਾਂ ਜੀ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਕਿ ਰੋਜ਼ ਆਪਾਂ ਇਸ ਕੈਂਪ ਨਾਲ ਜੁੜੀਏ ਤੇ ਆਪਣੀ ਨੌਲੇਜ ਗੇਨ ਕਰੀਏ। ਸੋ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।